ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰਦੇਵ ਪਾਤਸ਼ਾਹ ਜੀ ਦੀ ਅਪਰਪਾਰ ਬਖਸ਼ਿਸ਼, ਚੜ੍ਹਦੀ ਪ੍ਰਭਾਤ। ਅਸੀਂ ਗੁਰੂ ਦਰਬਾਰ ਸ਼ਮੂਲੀਅਤ ਪਾਉਣ ਦੇ ਸਮਰੱਥ ਹੋਏ ਹਾਂ। ਮਹਾਰਾਜ ਨੇ ਨਵਾਜ਼ਿਸ਼ ਕੀਤੀ ਹੈ। ਅਜੇ ਹੁਣੇ ਅਰਦਾਸ ਦੀ ਸ਼ਮੂਲੀਅਤ ਤੋਂ ਉਪਰੰਤ ਜੋ ਅੱਜ ਦਾ ਗੁਰਬਚਨ ਹੈ, ਗਿਆਨੀ ਜੀ ਨੇ ਅਜੇ ਹੁਣੇ ਦੁਹਰਾ ਕੇ ਸਾਨੂੰ ਸਰਵਣ ਕਰਵਾਇਆ। ਇਸ ਪਾਵਨ ਬਚਨ ਦੀ ਆਉਂਦੇ ਸਮੇਂ ਦੇ ਵਿੱਚ ਅਸੀਂ ਵਿਚਾਰ ਕਰਨੀ ਹੈ। ਆਓ ਸਭ ਤੋਂ ਪਹਿਲਾਂ ਮਨ ਬਿਰਤੀਆਂ ਇਕਾਗਰ ਕਰੀਏ ਅਤੇ ਸਭ ਪ੍ਰੇਮ ਫਤਿਹ ਬੁਲਾਈਏ। ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਗੁਰਬਚਨ ਰਾਗ ਧਨਹਾਸਰੀ ਦੀ ਰਚਨਾ ਹੈ। ਮਹਲਾ ਪੰਜਵਾਂ। ਗੁਰੂ ਅਰਜਨ ਪਾਤਸ਼ਾਹ ਪੰਚਮ ਨਾਨਕ ਜੀ ਇਸ ਵਾਕ ਦੇ ਉਚਾਰਨ ਕਰਤਾ ਨੇ। ਸ਼ਬਦ ਬਹੁਤ ਲੰਮੇਰਾ ਨਹੀਂ, ਦੋ ਬੰਦਾਂ ਦਾ ਵਾਕ ਹੈ। ਵਿਚਾਰ ਦੀ ਪ੍ਰਾਰੰਭਤਾ ਮੁੱਖ ਸੁਨੇਹੇ ਦੇ ਪਦੇ ਤੋਂ ਕਰਾਂਗੇ, ਜਿਹਦੇ 'ਚ ਸਾਹਿਬ ਜ਼ਿਕਰ ਕਰਦੇ ਨੇ, ਠਾਕੁਰ ਗਾਈਐ ਆਤਮ ਰੰਗ, ਸ਼ਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਠਾਕੁਰ ਗਾਈਐ ਆਤਮ ਰੰਗ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਬਚਨ ਇੱਕ ਤੋਂ ਵੱਧ ਅਰਥਾਂ ਵਿੱਚ ਆਉਂਦਾ ਹੈ। ਅਸੀਂ ਅਕਸਰ ਇਹ ਗੱਲ ਕਰਦੇ ਹਾਂ, ਪ੍ਰਸੰਗ ਮੁਤਾਬਕ ਉਹਦੇ ਅਰਥ ਕਰਨੇ ਸਮਝਣੇ ਜ਼ਰੂਰੀ ਨੇ। ਜਿਵੇਂ ਰੰਗ ਲਫ਼ਜ਼ ਹੈ, ਠਾਕੁਰ ਗਾਈਐ ਆਤਮ ਰੰਗ। ਰੰਗ ਸਾਡੀ ਆਮ ਬੋਲਚਾਲ ਦੇ ਵਿੱਚ ਅਸੀਂ ਇਹਨੂੰ ਮਾਇਨੇ ਕਰਦੇ ਹਾਂ ਪੇਂਟ ਨਾਲ, ਕਲਰ ਨਾਲ। ਬਾਣੀ 'ਚ ਉਹਦਾ ਜ਼ਿਕਰ ਵੀ ਆਉਂਦਾ ਹੈ, ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵੱਡ ਭਾਗਾ। ਜਾਂ ਅਸੀਂ ਹੋਰ ਕੌਨਸੈਪਟ ਵਿੱਚ ਵੀ ਪੜ੍ਹਦੇ ਹਾਂ, ਸਭ ਜ਼ਿਕਰ ਕਰਦੇ ਕਿ ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ ਕੀਆ। ਬਿਲਕੁਲ ਡਿਫਰੈਂਟ ਅਰਥ ਨੇ ਉੱਥੇ ਰੂਪ ਵਿੱਚ। ਪ੍ਰਸੰਗ ਮੁਤਾਬਕ ਬਾਣੀ ਦੇ ਅਰਥ ਬਦਲਦੇ ਨੇ। ਸ਼ਬਦ ਗੁਰੂ ਹੈ, ਜੇ ਇਹਨੂੰ ਪੜ੍ਹਾਂਗੇ, ਇਹਦੇ 'ਚ ਗੁੜਾਂਗੇ, ਇਹਦੇ 'ਚੋਂ ਕੁਝ ਪੱਲੇ ਪਏਗਾ। ਜਿਵੇਂ ਸਰਲ ਭਾਵ ਵਿੱਚ ਬਿਆਨ ਕਰਦਾ ਦੋ ਚਾਰ ਚੀਜ਼ਾਂ ਮਸਾਲੀ ਤੌਰ 'ਤੇ। ਜਪਜੀ ਸਾਹਿਬ ਹੀ ਪੜ੍ਹੀਏ। ਜਦੋਂ ਅਸੀਂ ਮੂਲ ਮੰਤਰ ਪੜ੍ਹਦੇ ਹਾਂ, ਸਹਿਬੰਗ ਗੁਰਪ੍ਰਸਾਦ, ਅੱਗੇ ਲਫ਼ਜ਼ ਆਉਂਦਾ ਜਪ। ਜਿਵੇਂ ਇੱਥੇ ਜਪ ਸ਼ਬਦ ਦੇ ਅਰਥ ਨੇ, ਥੋੜ੍ਹਾ ਜਿਹਾ ਅੱਗੇ ਚਲੇ ਜਾਓ, ਅਸੰਖ ਜਪ ਅਸੰਖ ਪਾਓ, ਅਸੰਖ ਪੂਜਾ ਅਸੰਖ ਤਪਤਾਓ। ਲਫ਼ਜ਼ ਫਿਰ ਜਪ ਹੈ, ਪਰ ਅਰਥ ਬਦਲ ਜਾਂਦੇ ਨੇ। ਇੱਕੋ ਹੀ ਲਫ਼ਜ਼ ਪ੍ਰਸੰਗ ਮੁਤਾਬਕ ਲਫ਼ਜ਼ ਬਦਲ ਗਏ। ਤੁਸੀਂ ਹੋਰ ਦੇਖੋ, ਮਤਲਬ ਇਸ ਤਰੀਕੇ ਨਾਲ ਤੁਹਾਨੂੰ ਲੜੀ ਵਿੱਚ ਮਿਲੇਗਾ ਇੱਕ ਤੋਂ ਬਾਅਦ ਇੱਕ। ਅਸੀਂ ਬਚਨ ਪੜ੍ਹਦੇ ਹਾਂ, ਗਾਵੈ ਕੋ ਜੀ ਲੈ ਫਿਰ ਦੇਹ। ਲਫ਼ਜ਼ ਦੇਹ ਆ ਗਿਆ ਇੱਥੇ। ਇੱਥੇ ਇੱਕ ਅਰਥ ਆਏਗਾ ਇਹਦਾ। ਥੋੜ੍ਹਾ ਅੱਗੇ ਆ ਜਾਈਏ, ਅਸੀਂ ਬਚਨ ਪੜ੍ਹਦੇ ਹਾਂ, ਗੁਰਾ ਇੱਕ ਦੇਹ ਬੁਝਾਈ। ਸੈਕਿੰਡ ਲੈਵਲ 'ਤੇ ਅਰਥ ਡਿਫਰੈਂਟ ਹੋਏਗਾ। ਥਰਡ ਲੈਵਲ 'ਤੇ ਆ ਜਾਈਏ, ਅਸੀਂ ਬਚਨ ਪੜ੍ਹਦੇ ਹਾਂ, ਮਹਾਰਾਜ ਜ਼ਿਕਰ ਕਰਦੇ ਕਿ ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸਿੱਖੇ। ਤੀਸਰੀ ਵਾਰ ਆ ਗਿਆ, ਅਰਥ ਬਦਲ ਜਾਣਗੇ। ਸੋ ਪ੍ਰਸੰਗ ਮੁਤਾਬਕ ਲਫ਼ਜ਼ਾਂ ਦੇ ਅਰਥ ਜਿਹੜੇ ਨੇ ਉਹ ਬਦਲਦੇ ਨੇ ਉਸ ਰੂਪ ਵਿੱਚ। ਸਾਡੀ ਅੰਡਰਸਟੈਂਡਿੰਗ ਉਸ ਲੈਵਲ 'ਤੇ ਹੋਏਗੀ ਤਾਂ ਅਸੀਂ ਉਹਦੇ ਨਾਲ ਉਸ ਸ਼ਬਦ ਨੂੰ ਸਮਝਣ ਵਿੱਚ ਨਿਆਂ ਕਰ ਸਕਾਂਗੇ ਆਪਣੇ ਆਪ ਨਾਲ। ਹੁਣ ਆ ਜਾਈਏ ਅੱਜ ਦੇ ਇਸ ਵਾਕ ਦੇ ਉੱਤੇ। ਠਾਕੁਰ ਗਾਈਐ ਆਤਮ ਰੰਗ। ਰੰਗ ਦੇ ਮਾਇਨੇ ਇੱਥੇ ਪ੍ਰੇਮ ਨੇ। ਮਤਲਬ ਜਿਹਨੂੰ ਕਿਸੇ ਨੂੰ ਪ੍ਰੀਤ ਆ ਜਾਣੀ, ਸਨੇਹ ਆ ਜਾਣਾ ਕਿਸੇ ਰੂਪ ਦੇ ਵਿੱਚ। ਗੁਰੂ ਸਾਹਿਬ ਨੇ ਵਾਰ-ਵਾਰ ਸਾਨੂੰ ਇਹ ਜ਼ਿਕਰ ਕੀਤਾ ਕਿ ਬੰਦੇ ਜੋ ਕੁਝ ਪੜ੍ਹਦਾ ਹੈ, ਬੋਲਦਾ ਹੈ, ਅਲਾਪਦਾ ਹੈ, ਉਹਦਾ ਪ੍ਰਭਾਵ ਤੇਰੇ ਮਨ 'ਤੇ ਪੈਂਦਾ ਹੈ। ਇਸ ਰੂਪ ਵਿੱਚ ਭਾਰਤੀ ਖਿੱਤੇ ਦੇ ਅੰਦਰ ਮੰਤਰ ਰਟਨ ਹਜ਼ਾਰਾਂ ਸਾਲਾਂ ਤੋਂ ਹੁੰਦਾ ਰਿਹਾ। ਈਵਨ ਅਜੇ ਵੀ ਲੋਕੀ ਕਰਦੇ ਨੇ। ਲੋਕੀ ਸਾਡੇ ਘਰ ਵਿੱਚ ਵੀ ਹੈ, ਲੋਕੀ ਕਹਿੰਦੇ 40 ਦਿਨ ਆਹ ਪਾਠ ਕਰ ਲਓ, 40 ਦਿਨ ਆਹ ਕਰ ਲਓ, ਇਸ ਤਰ੍ਹਾਂ ਕਰ ਲਓ। ਇਸ ਕਿਸਮ ਦੀਆਂ ਚੀਜ਼ਾਂ ਤੁਹਾਨੂੰ ਮਿਲ ਜਾਂਦੀਆਂ ਨੇ। ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਕਿ ਕੁਝ ਚੀਜ਼ਾਂ ਐਸੀਆਂ ਜਿਹੜੀਆਂ ਮੇਰੇ ਆਪਣੇ ਮੈਂ ਸੋਚ ਵੀ ਨਹੀਂ ਸਕਦਾ ਵੀ ਇਸ ਤਰ੍ਹਾਂ ਵੀ ਹੋ ਸਕਦਾ ਹੈਗਾ।
ਉਹ ਜਦੋਂ ਮੈਂ ਇੱਥੇ ਜੇਲ੍ਹਾਂ 'ਚ ਵਿਜ਼ਿਟ ਕਰਨਾ ਸ਼ੁਰੂ ਕੀਤਾ ਤੇ ਮੈਂ ਉੱਥੇ ਇੱਕ ਤੋਂ ਇੱਕ ਕਿਤਾਬਚੇ ਦੇਖੇ। ਇੱਕ ਸ਼ਖਸ ਉਹਨੇ ਮੈਨੂੰ ਕਿਤਾਬਚਾ ਵਿਖਾਇਆ, ਕਹਿੰਦਾ ਜੀ ਆਹ ਦੇਖੋ ਇਹ ਕੀ ਹੈ ਜੀ? ਕਹਿੰਦੇ ਜੀ ਸੁਖਮਨਾ ਸਾਹਿਬ ਹੈ। ਮੈਂ ਕਿਹਾ ਵੀ ਕਮਾਲ ਹੈ, ਇਹ ਕਿੱਥੋਂ ਆ ਗਿਆ? ਉਹ ਨਾਂ ਉਹਦਾ ਆਏ ਤੇ ਥੱਲੇ ਉਹਦੇ ਗੁਰੂ ਗ੍ਰੰਥ ਸਾਹਿਬ ਦੇ ਕੁਝ ਸ਼ਬਦ ਜਿਹੜੇ ਲਿਖ ਕੇ ਤੇ ਉੱਤੇ ਉਹਨਾਂ ਦਾ ਟਾਈਟਲ ਪਾਏ ਹੋਏ ਵੀ ਆਹ ਸ਼ਬਦ ਪੜ੍ਹਨ ਨਾਲ ਆਹ ਹੋ ਜਾਂਦਾ, ਪੜ੍ਹਨ ਨਾਲ ਆਹ ਹੋ ਜਾਂਦਾ। ਇਸ ਰੂਪ ਦੇ ਵਿੱਚ ਅਜੀਬ ਹਾਲਤ ਹੈ। ਜੇ ਕਿਸੇ ਨਾਲ ਬਾਤ ਕਰੀਏ ਤਾਂ ਅਗਲਾ ਕਹਿੰਦਾ ਜੀ ਸ਼ਬਦ ਦੀ ਗੱਲ ਹੋ ਰਹੀ ਹੈ, ਪਰ ਸ਼ਬਦ ਦੀ ਰੂਹ ਮਾਰ ਰਹੇ ਹੋ ਤੁਸੀਂ। ਮਤਲਬ ਉਹ ਸ਼ਬਦ ਕੁਝ ਹੋਰ ਦੱਸ ਰਿਹਾ, ਤੁਸੀਂ ਕਿਸੇ ਹੋਰ ਪਾਸੇ ਲੈ ਕੇ ਜਾ ਰਹੇ ਹੋ। ਹੋਰ ਰੰਗ ਦੇਖੋ ਤੁਸੀਂ। ਅਜੀ ਅਸੀਂ ਜਦੋਂ ਇੰਸਟੀਟਿਊਸ਼ਨ 'ਚ ਪੜ੍ਹ ਰਹੇ ਸੀਗੇ ਤੇ ਇੱਕ ਉੱਥੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਤੋਂ ਪਬਲੀਕੇਸ਼ਨ ਹੈ, ਕੱਢਦੇ ਨੇ ਉਹ ਪਬਲਿਸ਼ਰਸ ਨੇ, ਤੇ ਜਿੰਨੀਆਂ ਮਨਮਤ ਦੀਆਂ ਕਿਤਾਬਾਂ ਬਹੁਤੀਆਂ ਉਹ ਛਾਪਦੇ ਨੇ। ਮਤਲਬ ਇਹ ਕਮਾਲ ਹੈ ਉਹਨਾਂ ਦੀ, ਤੇ ਬੜਾ ਵੱਡਾ ਬਿਜ਼ਨਸ ਆ ਉਹਨਾਂ ਦਾ। ਤੇ ਉਹਨਾਂ ਨੇ ਕਿਤਾਬਚਾ ਉਦੋਂ ਕੱਢਿਆ ਸੰਕਟ ਮੋਚਨ। ਉਹ ਸੰਕਟ ਮੋਚਨ ਦੇ ਅੰਦਰ ਇਹ ਲਿਖਿਆ ਗਿਆ ਵੀ ਜੇ ਮੁਕੱਦਮਾ ਜਿੱਤਣਾ ਹੈ ਆਹ ਸ਼ਬਦ ਪੜ੍ਹ ਲਓ, ਜੇ ਜਿਹੜਾ ਹੈਗਾ ਆ ਦੁਸ਼ਮਣ ਨੂੰ ਕਿਸੇ ਨੂੰ ਹਰਾਉਣਾ ਹੈ ਤੇ ਆਹ ਸ਼ਬਦ ਪੜ੍ਹ ਲਓ, ਇਸ ਤਰੀਕੇ ਦੇ ਨਾਲ। ਹਾਲਾਂਕਿ ਗੁਰਮਤ ਦਾ ਕਨਸੈਪਟ ਟੋਟਲੀ ਡਿਫਰੈਂਟ ਹੈ। ਇਸ ਰੰਗ 'ਚ ਬਾਈ ਚਾਂਸ ਬਾਤ ਆਈ, ਮੈਂ ਇੱਕ ਰੰਗ ਬਿਆਨ ਕਰਦੇ ਹਾਂ ਇਹਦੇ ਨਾਲ। ਕੋਈ ਵਰਾ ਡੇਢ ਵਰੇ ਦੀ ਬਾਤ ਹੋਣੀ ਹੈ, ਪ੍ਰਿਜ਼ਨ ਵਿੱਚ ਹੀ ਸੀਗਾ ਤੇ ਉੱਥੇ ਇੱਕ ਸ਼ਖਸ ਸੀਗਾ, ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਸੀਗੀ, ਕਾਫੀ ਏਜ ਸੀਗਾ ਮੁਸਲਮਾਨ, ਪਾਕਿਸਤਾਨ ਤੋਂ, ਇੰਜੀਨੀਅਰ ਸੀਗਾ ਬਾਏ ਪ੍ਰੋਫੈਸ਼ਨ। ਗਲਤੀ ਕਿਸੇ ਤੋਂ ਵੀ ਹੋ ਜਾਂਦੀ ਜ਼ਿੰਦਗੀ ਹੈ ਅਸਲ ਵਿੱਚ। ਮੂਮੈਂਟ ਆਫ ਹੀਟ, ਜਦੋਂ ਬੰਦੇ ਦੇ ਸਿਰ ਨੂੰ ਗੁੱਸਾ ਚੜ੍ਹਦਾ, ਉਸ ਗੁੱਸੇ ਦੇ ਵਿੱਚ ਐਸੀ ਬਾਤ ਬਣੇ ਕਿ ਅਪਸ ਐਂਡ ਡਾਊਨ ਸਭ ਕੁਝ ਗੜਬੜ ਹੋ ਗਿਆ। ਖੈਰ ਉਹ ਉੱਥੇ ਉਸ ਤਰੀਕੇ ਦੇ ਨਾਲ, ਤੇ ਉਹ ਮੈਂ ਉੱਥੇ ਗਰੁੱਪ ਰਨ ਕਰਦਾ ਸੀਗਾ, ਤੇ ਗਰੁੱਪ ਦੇ ਵਿੱਚ ਕੁਝ ਆਪਣੇ ਪੰਜਾਬੀ ਬੱਚੇ ਸੀਗੇ, ਇਸ ਤੋਂ ਬਿਨਾਂ ਕੁਝ ਗੋਰੇ ਸੀਗੇ ਜਿਹੜੇ ਸਿੱਖੀ ਰਿਲੇਟਡ ਚੀਜ਼ਾਂ ਸਮਝਣੀਆਂ ਚਾਹੁੰਦੇ ਸੀ ਉਸ ਰੂਪ ਦੇ ਵਿੱਚ। ਉਸ ਗਰੁੱਪ 'ਚ ਆਉਣਾ ਸ਼ੁਰੂ ਕਰਤਾ ਉਹਨੇ। ਉਹ ਕਾਫੀ ਜ਼ਿਆਦਾ ਪਾਰਟੀਸਪੇਸ਼ਨ ਹੋ ਗਈ। ਵੈਸੇ ਉਹਦੇ ਬਾਰੇ ਆਮ ਕਰਕੇ ਕਹਿੰਦੇ ਸੀ, ਬੜਾ ਮੈਂ ਦੇਖਿਆ ਸੀਗਾ ਕਿ ਬੰਦਾ ਸਪਿਰਿਚੁਅਲ ਸਾਈਡ ਤੋਂ ਥੋੜ੍ਹਾ ਸੀਗਾ, ਲਿਟਰੇਚਰ ਬੜਾ ਪੜ੍ਹਦਾ ਸੀਗਾ, ਸੂਫੀਆਂ ਨੂੰ ਬੜਾ ਪੜ੍ਹਦਾ ਸੀਗਾ। ਖੈਰ ਉੱਥੇ ਮੈਂ ਕੁਝ ਬੱਚਿਆਂ ਨੂੰ ਪ੍ਰੇਰਿਆ, ਕਿਉਂਕਿ ਬੰਦਾ ਜਦੋਂ ਮਾਨਸਿਕ ਤੌਰ 'ਤੇ ਬਹੁਤ ਡਿਪਰੈਸਡ ਹੋਏ, ਉਹਨੂੰ ਫਿਰ ਧਾਰਮਿਕ ਤੌਰ 'ਤੇ ਅਧਿਆਤਮਿਕ ਤਲ 'ਤੇ ਤੁਸੀਂ ਥੋੜ੍ਹਾ ਅਪਲਿਫਟ ਕਰੋ ਤੇ ਉਹਦਾ ਬਚਾਅ ਹੋ ਜਾਂਦਾ ਹੈ। ਮਤਲਬ ਇਹੀ ਇੱਕ ਤਰੀਕਾ ਅਧਿਆਤਮੀ ਤਲ ਇਹੀ ਹੈ ਕਿ ਬੰਦੇ ਨੂੰ ਸਪਿਰਿਚੁਅਲ ਸਾਈਡ 'ਤੇ ਥੋੜ੍ਹਾ ਬੰਦੇ ਨੂੰ ਬੂਸਟ ਕਰ ਦਿੰਦਾ ਹੈ। ਸੋ ਇਹਦੇ ਬਾਬਤ ਮੈਂ ਉਹਨਾਂ ਬੱਚਿਆਂ ਨੂੰ ਕੁਝ ਪ੍ਰੇਰਿਆ, ਤੇ ਉਹ ਫਿਰ ਉੱਥੇ ਇੱਕ ਪ੍ਰੋਗਰਾਮ ਦੇ ਅੰਦਰ ਫਿਰ ਉਹ ਹਫਤਾਵਾਰੀ ਇੱਕ ਪ੍ਰੋਗਰਾਮ ਕਰਦੇ, ਤੇ ਉਹਦੇ ਵਿੱਚ ਥੋੜ੍ਹਾ ਸਮਾਂ ਪਾਠ ਕਰਦੇ, ਫਿਰ ਅਰਦਾਸ ਕਰਦੇ। ਉਹ ਕਿਤੇ ਜਦੋਂ ਪ੍ਰੋਗਰਾਮ ਕਰਦੇ ਸੀ ਤਾਂ ਫਿਰ ਆਉਂਦਾ ਰਿਹਾ ਵਿੱਚ ਉਹਦੇ। ਔਰ ਇੱਕ ਦਿਨ ਉਹਨਾਂ ਨੂੰ ਪੁੱਛਿਆ ਵੀ, ਕਹਿੰਦਾ ਵੀ ਗੱਲ ਇਹ ਹੈ, ਪੰਜਾਬੀ ਜ਼ਬਾਨ ਸਮਝਦਾ, ਪੰਜਾਬੀ ਬੋਲਦਾ, ਮਾਂ ਬੋਲੀ ਪੰਜਾਬੀ ਉਹਦੀ। ਕਹਿੰਦਾ ਗੱਲ ਇਹ ਹੈ ਕਿ ਮੈਂ ਤੁਹਾਡੀ ਦੁਆ ਸੁਣਦਾ, ਜਿਹਨੂੰ ਅਸੀਂ ਅਰਦਾਸ ਕਹਿੰਦੇ ਹਾਂ, ਉਹ ਦੁਆ ਕਹਿ ਦਿੰਦੇ ਨੇ। ਕਹਿੰਦਾ ਦੁਆ ਸੁਣਦਾ ਤੁਹਾਡੀ, ਤੇ ਦੁਆ ਦੇ ਵਿੱਚ ਨਾ ਕਮਾਲ ਇਹ ਹੈ ਕਿ ਤੁਸੀਂ ਆਪਣੇ ਬਾਰੇ ਤੇ ਬੜਾ ਕੁਝ ਕਹਿੰਦੇ ਹੋ ਇਸ ਰੂਪ ਦੇ ਵਿੱਚ, ਪਰ ਖੁਦਾ ਨੂੰ, ਆਪਣੇ ਆਪ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਕੁਝ ਨਹੀਂ ਕਹਿੰਦੇ। ਮਤਲਬ ਮੈਂ ਤੁਹਾਡੀ ਦੁਆ ਬੜੀ ਧਿਆਨ ਨਾਲ ਸੁਣੀ 2-4 ਵਾਰੀ। ਉਹ ਬੱਚੇ ਕਹਿੰਦੇ ਜੀ ਸਾਨੂੰ ਤਾਂ ਕੁਝ ਨਹੀਂ ਪਤਾ, ਭਾਈ ਸਾਹਿਬ ਆਉਣਗੇ ਤੇ ਗੱਲ ਕਰਾਵਾਂਗੇ ਤੁਹਾਡੀ ਉਹਦੇ ਨਾਲ। ਉਹ ਬਾਈ ਚਾਂਸ ਮੈਂ ਗਿਆ ਉਸ ਮਹੀਨੇ, ਤੇ ਉਹ ਕਹਿੰਦੇ ਜੀ ਗੱਲ ਆ ਹੋਈ ਹੈ। ਉਹਨੇ ਵੀ ਮੈਨੂੰ ਗੱਲ ਦੱਸੀ, ਮੈਂ ਉਹਨੇ ਗੱਲ ਸੁਣੀ ਧਿਆਨ ਦੇ ਨਾਲ, ਤੇ ਮੈਂ ਕਿਹਾ ਜੀ ਗੱਲ ਇਹ ਹੈ ਕਿ ਪਰਵੇਜ਼ ਸਾਹਿਬ ਤੁਸੀਂ ਗੱਲ ਕੀਤੀ ਹੈ, ਮੈਨੂੰ ਵੀ ਆਪਣੇ ਘਰ ਵਿੱਚ ਦੁਬਾਰਾ ਝਾਤ ਮਾਰਨ ਦਾ ਮੌਕਾ ਮਿਲਿਆ ਇਹਦੇ ਨਾਲ। ਹਕੀਕਤ ਇਹ ਹੈ, ਜਿਹੜੀ ਸਾਡੀ ਪ੍ਰੇਅਰ ਹੈ, ਅਰਦਾਸ ਹੈ, ਦੁਆ ਹੈ ਜਿਹਨੂੰ ਕਹਿ ਰਹੇ ਹੋ ਤੁਸੀਂ, ਇਹ ਬਾਣੀ 'ਤੇ ਬੇਸਡ ਆ, ਕਿਉਂਕਿ ਬਾਣੀ ਸਾਡਾ ਇਸ਼ਟ ਹੈ। ਹੁਣ ਜਦੋਂ ਬਾਣੀ 'ਤੇ ਅਸੀਂ ਬੇਸਡ ਗੱਲਾਂ ਕਰਦੇ ਹਾਂ, ਤੇ ਬਾਣੀ ਦੇ ਵਿੱਚ ਸਾਨੂੰ ਇਹ ਸਿਖਾਇਆ ਗਿਆ ਹੈ ਕਿ ਬੰਦੇ ਤੇਰਾ ਦੁਸ਼ਮਣ ਕੋਈ ਨਹੀਂ ਹੈਗਾ। ਜਦੋਂ ਦੁਸ਼ਮਣ ਹੀ ਕੋਈ ਨਹੀਂ ਹੈਗਾ ਤੇ ਦੁਸ਼ਮਣਾਂ ਤੋਂ ਬਚਾਅ ਵਾਸਤੇ ਕੀ ਗੱਲ ਕਰਾਂਗੇ? ਜਿਹੜੇ ਸਾਡੇ ਸਭ ਤੋਂ ਵੱਡੇ ਦੁਰਤ ਨੇ, ਜਿਹਨੂੰ ਬਾਣੀ ਨੇ ਦੁਰਤ ਕਿਹਾ ਹੈ, ਉਹ ਕੌਣ ਨੇ? ਵੈਸੇ ਤਾਂ ਬਾਣੀ ਕਹਿੰਦੀ ਵੀ ਜਿਹੜਾ ਹੈਗਾ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕੋ ਬਨੇ ਆਈ। ਨਾ ਕੋਈ ਵੈਰੀ ਹੈ ਨਾ ਬੇਗਾਨਾ ਹੈ, ਸਭ ਨਾਲ ਸਾਡੀ ਬਾਣਾ ਹੋਣੀ ਚਾਹੀਦੀ ਹੈ। ਪਰ ਜਦੋਂ ਦੁਰਤ ਦੀ ਗੱਲ ਕਰਦੀ ਹੈ, ਦੁਰਤ ਕੀ ਨੇ? ਦੁਰਤ ਨੇ ਸਾਡੇ ਆਪਣੇ ਵਿਕਾਰ, ਸਾਡੀਆਂ ਆਪਣੀਆਂ ਕਮਜ਼ੋਰੀਆਂ।
ਅਸੀਂ ਉਹਨਾਂ ਨੂੰ ਦੁਸ਼ਮਣ ਮੰਨਣਾ ਤੇ ਉਹਨਾਂ ਤੇ ਕੰਮ ਕਰਨਾ। ਇਸ ਰੂਪ ਵਿੱਚ ਬਾਤ ਆ ਗਈ, ਬਾਤ ਸਮਝ ਆ ਗਈ। ਹੁਣ ਇਹ ਸਾਰਾ ਕੁਝ ਮੈਂ ਉਹਨੂੰ ਸਮਝਾ ਰਿਹਾ, ਦੱਸ ਰਿਹਾ, ਤੇ ਉੱਥੇ ਇੱਕ ਲੜਕਾ ਔਰ ਗੱਲ ਰੇਜ਼ ਕਰਦਾ ਹੈ, ਕੋ ਕਿਤਾਬਚਾ ਖੋਲ ਕੇ ਕਹਿੰਦਾ ਜੀ ਆਹ ਦੇਖੋ ਜੀ, ਆਹ ਸ਼ਬਦ ਪੜ੍ਹੋ ਤੇ ਦੁਸ਼ਮਣ ਮਰ ਜਾਂਦਾ, ਲਿਖਿਆ ਉਹਦੇ ਤੇ। ਉਹ ਪਬਲੀਕੇਸ਼ਨ ਨੇ ਪਬਲਿਸ਼ਨ ਛਾਪੀ ਹੈ ਤੇ ਥੱਲੇ ਗੁਰਬਾਣੀ ਦਾ ਸ਼ਬਦ ਲਿਖਿਆ ਤੇ ਉੱਤੇ ਟਾਈਟਲ ਪਾਤਾ। ਹੁਣ ਕੀ ਕਰੋਗੇ? ਸੋ ਇਹ ਰੂਪ ਹੈ ਕਿ ਆਪ ਮੁਹਾਰਾਪਨ ਇਹ ਭਾਰਤੀ ਖਿੱਤੇ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਰਿਹਾ। ਇੱਕ ਰੰਗ ਹੋਰ ਦੇਖਣਾ, ਜਿਹੜੇ ਵੈਦਿਕ ਫਿਲਾਸਫੀ ਜਾਂ ਉਪਨਿਸ਼ਦ ਫਿਲਾਸਫੀ ਦੀ ਗੱਲ ਕੀਤੀ ਜਾਂਦੀ ਹੈ, ਮੈਂ ਜ਼ਿਆਦਾ ਤੇ ਨਹੀਂ, ਕੁਝ ਟਰਾਂਸਲੇਸ਼ਨ ਪੜ੍ਹੀ ਉਹਦੀ ਕਿਸੇ ਰੂਪ ਦੇ ਵਿੱਚ। ਉਹਦੇ 'ਚ ਕੁਝ ਚੀਜ਼ਾਂ ਤੇ ਬੜੀਆਂ ਕਮਾਲ ਦੀਆਂ ਨੇ, ਮਤਲਬ ਬੜਾ ਉਹਨਾਂ ਦੇ ਵਿੱਚ ਬੜੀ ਵਿਜ਼ਡਮ ਆ, ਬੜੀ ਸਮਝ ਆ। ਕੁਝ ਚੀਜ਼ਾਂ ਬਿਲਕੁਲ ਹੀ ਬਸ ਕਰਮਕਾਂਡ ਹੈ ਸਾਰੇ ਦਾ ਸਾਰਾ ਉਸ ਰੂਪ ਦੇ ਵਿੱਚ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਤਾਂ ਗੁਰੂ ਅਮਰਦਾਸ ਸਾਹਿਬ ਇਹ ਕਹਿੰਦੇ ਨੇ ਵੀ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰਹਿ ਜੋ ਬੇਤਾਲਿਆ, ਵੀ ਜਿਹੜੇ 'ਚ ਉੱਤਮ ਨਾਮ ਦੀ ਗੱਲ ਹੈ ਉਹ ਤੇ ਤੈਨੂੰ ਸਮਝ ਨਹੀਂ ਆਉਂਦੀ, ਤੂੰ ਬੇਤਾਲਾ ਹੋ ਕੇ ਤੁਰਿਆ ਫਿਰਦਾ, ਤੂੰ ਹੋਰ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਮਗਰ ਭੱਜ ਰਿਹਾ ਇਸ ਰੂਪ ਦੇ ਵਿੱਚ। ਭਾਵ ਜਿਹੜੀ ਕੰਮ ਦੀ ਗੱਲ ਹੈ, ਜਿਹੜੀ ਉਹਦੇ 'ਚ ਕਿਸੇ ਸਮਝ ਦੀ ਬਾਤ ਆ, ਉਹਨੂੰ ਕਿਉਂ ਨਹੀਂ ਗ੍ਰਿਪ ਕਰ ਰਿਹਾ ਬੰਦਾ? ਉਹਨੂੰ ਨਹੀਂ ਗ੍ਰਿਪ ਕਰ ਰਿਹਾ ਬੰਦਾ, ਕਿਤੇ ਗਵਾਚ ਗਿਆ ਹੈ। ਸਾਹਿਬ ਮਹਾਰਾਜ ਅਹਿਸਾਸ ਇਹ ਕਰਾਉਂਦੇ ਕਿ ਦੇਖ ਬੰਦੇ, ਜੋ ਵੀ ਕਰਨਾ ਹੈ ਮਨੋਂ ਕਰ, ਦਿਲੋਂ ਕਰ ਤੇ ਸਮਝ ਕੇ ਕਰ। ਜਿਹੜਾ ਆਤਮ ਰੰਗ ਆ ਨਾ, ਇਹ ਹੈ ਬਿਲਕੁਲ ਇੰਟਰਨਲ ਓਨੈਸਟ ਲੈਵਲ ਤੇ। ਜੇ ਉਸ ਰੂਪ ਵਿੱਚ ਬੰਦਾ ਬਾਤ ਕਰੇ, ਚੀਟ ਨਹੀਂ ਕਰਨਾ। ਜਿਹੜੀ ਚੀਟਿੰਗ ਆ ਕਿਸੇ ਹੋਰ ਨਾਲ ਤੇ ਬਾਅਦ ਦੀ ਗੱਲ ਹੈ, ਪਹਿਲਾਂ ਆਪਣੇ ਆਪ ਨਾਲ ਹੁੰਦੀ ਹੈ। ਮੈਂ ਗੁਟਕਾ ਲੈ ਕੇ ਬੈਠਾ, ਪਾਠ ਕਰ ਰਿਹਾ, ਅੰਦਰ ਕੁਝ ਹੋਰ ਚੱਲ ਰਿਹਾ, ਚੀਟਿੰਗ ਹੈ। ਮੈਂ ਆਪਣੇ ਕਿਸੇ ਨਾਲ ਕੋਈ ਧੋਖਾ ਨਹੀਂ ਗਾ, ਆਪਣੇ ਆਪ ਨਾਲ ਧੋਖਾ ਹੈ। ਇਹ ਬੰਦੇ ਨੂੰ ਅਹਿਸਾਸ ਆ ਜਾਣਾ ਕਿ ਨਹੀਂ ਨਹੀਂ ਨਹੀਂ, ਇਟਸ ਨੋਟ ਜਸਟ ਐਕਚੁਅਲੀ, ਇਹ ਜਿਹੜਾ ਹੈਗਾ ਇਹ ਟਾਈਮ ਪਾਸ ਨਹੀਂ ਹੈਗਾ, ਇਹ ਕੋਈ ਇਹ ਨਹੀਂ ਹੈਗਾ ਕਿ ਮੈਂ ਬਸ ਇਹ ਟਾਈਮ ਸਪੈਂਡ ਕਰਾਂਗਾ ਤੇ ਇਹਦੇ 'ਚੋਂ ਬਾਤ ਬਣ ਆਵੇਗੀ। ਨਹੀਂ ਨਹੀਂ ਭਾਈ, ਇਹਦੇ 'ਚੋਂ ਚੀਜ਼ਾਂ ਸਮਝਣੀਆਂ ਨੇ, ਸਮਝ ਕੇ ਹੌਲੀ ਹੌਲੀ ਜੀਵਨ ਵਿੱਚ ਅਪਣਾਉਣੀਆਂ ਨੇ, ਧਾਰਨ ਕਰਨੀਆਂ ਨੇ। ਆਹ ਰੰਗ ਜਿਹੜਾ ਹੈ ਬੰਦੇ ਨੂੰ ਕਿਤੇ ਅੰਤਰੀ ਭਾਵ ਦੇ ਵਿੱਚ ਸਮਝ ਆ ਜਾਏ, ਇਹਨੂੰ ਗੁਰੂ ਸਾਹਿਬ ਨੇ ਕਿਹਾ। ਬਾਣੀ 'ਚ ਅਸੀਂ 2-3 ਸ਼ਬਦ ਪੜ੍ਹਦੇ ਹਾਂ, ਸਾਹਿਬ ਜ਼ਿਕਰ ਕਰਦੇ ਕਿ ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਵੇ, ਕਿਆ ਠਾਕੁਰ ਗਾਈਐ ਆਤਮ ਰੰਗ। ਜਿਹੜਾ ਬੰਦਾ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਗਾਉਂਦਾ, ਉਹ ਇਸ ਭਵ ਸਾਗਰ ਤੋਂ ਪਾਰ ਹੋ ਜਾਂਦਾ। ਅੱਜ CBT ਦੇ ਵਿੱਚ, ਕੋਗਨੀਟਿਵ ਬਿਹੇਵੀਅਰ ਥੈਰੇਪੀ ਦੇ ਵਿੱਚ, ਮਤਲਬ ਕਈ ਵਰ੍ਹਿਆਂ ਤੋਂ ਪ੍ਰੈਕਟਿਸ ਚੱਲ ਰਹੀ ਹੈ, ਮਨੁੱਖੀ ਵਿਹਾਰ ਨੂੰ ਸੁਧਾਰਨ ਦਾ ਤਰੀਕਾ ਕੀ ਹੈ? ਉਹ ਕਹਿੰਦੇ ਨੇ ਆਪਣੇ ਆਪ ਦੇ ਨਾਲ ਸੈਲਫ ਕਨਫੈਸ਼ਨ ਕਰੋ। ਸੈਲਫ ਕਨਫੈਸ਼ਨ ਕਾਹਦਾ ਕਰਨਾ ਹੈ? ਮੈਂ ਨਸ਼ੇੜੀ ਹਾਂ, ਸਮਝ ਆਪਣੇ ਆਪ ਨੂੰ। ਮੈਂ ਗਸੇਲ ਹਾਂ, ਸਮਝ ਆਪਣੇ ਆਪ ਨੂੰ। ਮੈਂ ਵਕਾਰੀ ਹਾਂ, ਮੈਂ ਕੰਮ ਚੋਰ ਹਾਂ, ਇਹ ਸਮਝ ਕਨਫੈਸ਼ਨ ਹੈ। ਜੇ ਪਹਿਲੇ ਲੈਵਲ ਤੇ ਆਪਣੇ ਆਪ ਨਾਲ ਸਮਝ ਆਵੇਗੀ, ਫਿਰ ਦੂਸਰੇ ਲੈਵਲ ਤੇ ਕੰਮ ਸ਼ੁਰੂ ਹੋਏਗਾ। ਦੂਸਰੇ ਲੈਵਲ ਦਾ ਕੰਮ ਕੀ ਹੈ? ਮੈਂ ਨਸ਼ਿਆਂ ਦੀ ਆਦਤ ਤੋਂ ਬਾਹਰ ਜਾਣਾ ਹੈ, ਸਿਮਰਨ ਹੈ। ਐਕਚੁਅਲੀ ਲਿਟਰਲੀ ਤੌਰ ਤੇ ਉਹ ਕਹਿੰਦੇ ਕੰਨ ਤੇ ਲਿਖ ਕੇ ਪੜ੍ਹ ਐਵੇਂ ਇਸ ਰੂਪ ਦੇ ਵਿੱਚ, ਮਿਰਰ ਕਰ। ਹੁਣ ਬਾਣੀ 'ਚ ਆ ਜਾਓ, ਬਾਣੀ 'ਚ ਅਸੀਂ ਕੀ ਪੜ੍ਹਦੇ ਹਾਂ? ਹਮ ਅਵਗੁਣ ਭਰੇ ਏਕ ਗੁਣ, ਕਨਫੈਸ਼ਨ ਹੈ ਵੀ ਮਾਲਕਾ ਮੈਂ ਕਿਸੇ ਤੇ ਕੀ ਕਹਾਂ। ਅਸੀਂ ਜ਼ਿਕਰ ਕਰਦੇ ਹਾਂ, ਅਸੀਂ ਬਾਣੀ 'ਚ ਬਚਨ ਪੜ੍ਹ ਰਹੇ ਹਾਂ ਕਿ ਬੰਦਾ ਜਿਹੜਾ ਹੈਗਾ ਇਹ ਔਗੁਣਾਂ ਦਾ ਪੁਤਲਾ ਹੈ। ਇਹ ਤੇ ਜਿਹੜਾ ਹੈਗਾ ਮਿੱਟੀ ਜਿਹੜੀ ਬਣੀ ਹੋਈ, ਮਿੱਟੀ 'ਚ ਔਗਣ ਹੀ ਔਗਣ ਪਏ ਨੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਕਨਫੈਸ਼ਨ ਹੈ। ਫਿਰ ਦੂਸਰੇ ਲੈਵਲ ਦੀ ਬਾਤ ਵੀ ਹੁੰਦੀ ਬਾਣੀ 'ਚ। ਬਾਣੀ 'ਚ ਬਚਨ ਆਉਂਦਾ ਹੈ ਕਿ ਨਿਰਗੁਣ ਰਾਖ ਲਿਆ ਸੰਤਨ ਕੇ ਸਦਕਾ। ਹੈ ਤੇ ਨਿਰਗੁਣ ਸੀਗਾ, ਪਰ ਹਾਂ ਤੇਰਾ ਰਾਹ ਫੜਿਆ, ਤੇਰੇ 7 ਜਨਾਂ ਦੀ ਜਿਹੜੀ ਹੈ ਕਿਤੇ ਪੱਲਾ ਫੜ ਲਿਆ ਤੇ ਮੇਰੇ ਕਲਿਆਣ ਦੀ ਬਾਤ ਬਣ ਗਈ। ਇਹ ਹੈ ਆਤਮ ਰੰਗ, ਇੰਟਰਨਲ ਲੈਵਲ ਤੇ ਓਨੈਸਟ ਤਰੀਕੇ ਦੇ ਨਾਲ। ਅੱਜ ਲੋਕ ਇਸ ਚੀਜ਼ ਨੂੰ ਮਤਲਬ ਸਾਈਕੋਲੋਜੀਕਲ ਸਾਈਟਸ ਤੇ, ਮੈਂਟਲ ਹੈਲਥ ਦੇ ਟਰੀਟਮੈਂਟਸ ਦੇ ਵਿੱਚ, ਹਰ ਜਗ੍ਹਾ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਲਿਆ ਰਹੇ ਨੇ ਇਸ ਰੂਪ ਦੇ ਵਿੱਚ। ਗੁਰੂ ਅਰਜਨ ਸਾਹਿਬ ਦੀ ਬਾਤ ਕਰਦੇ ਉਹ ਬੰਦੇ, ਠਾਕੁਰ ਗਾਈਐ ਆਤਮ ਰੰਗ। ਮੈਂ ਠਾਕੁਰ ਦਾ ਵੀ ਥੋੜਾ ਜ਼ਿਕਰ ਕਰਦੇ ਹਾਂ। ਠਾਕੁਰ ਲਫ਼ਜ਼ ਬੇਸਿਕ ਲਫ਼ਜ਼ ਹੈ ਠਾਕ। ਅਸੀਂ ਵਾਕ ਪੜ੍ਹਦੇ ਹਾਂ ਬਾਣੀ ਦੇ ਵਿੱਚ, ਕਰਮ ਮਿਲੇ ਨਾ ਹੀ ਠਾਕ ਰਹਾਈਆ। ਠਾਕ ਕਹਿੰਦੇ ਰੋਕ ਨੂੰ, ਜਿਹਦੇ ਹੁਕਮ ਨੂੰ ਕੋਈ ਰੋਕ ਨਾ ਲਾ ਸਕੇ, ਉਹ ਠਾਕਰ ਹੈ। ਜਿਹਦਾ ਹੁਕਮ ਇਲਾਹੀ ਹੋਏ
ਤੇ ਬਿਲਕੁਲ ਜਿਹੜਾ ਹੈਗਾ ਆਪਣੇ ਆਪ ਵਿੱਚ ਉਹੀ ਚੱਲੇ। ਗਾਉਣਾ ਹੈ ਤੇ ਉਹਨੂੰ ਗਾਉਣਾ ਹੈ ਜਿਹਦੇ ਹੁਕਮ ਦੀ ਚਾਰ ਚਪੇਰੇ ਆਭਾ ਮੰਡਤ ਹੈ, ਅਕਾਲ ਪੁਰਖ ਨੂੰ। ਉਹਦੇ ਹੀ ਸਿਫਤੋ ਸਲਾਹ ਦੇ ਵਿੱਚ ਆਪਣੇ ਜੀਵਨ ਦੇ ਜਿਹੜਾ ਹੈਗਾ ਐਨਰਜੀ ਨੂੰ ਲਗਾਉਣਾ ਹੈ, ਆਪਣੇ ਮਨ ਨੂੰ ਲਾਉਣਾ ਹੈ। ਇਹ ਸਭ ਬਾਤ ਕੀਤੀ ਗਈ। ਠਾਕੁਰ ਗਾਈਐ ਆਤਮ ਰੰਗ, ਉਹਨੂੰ ਬੜੇ ਓਨੈਸਟ ਲੈਵਲ ਤੇ ਉਸ ਰੂਪ ਵਿੱਚ ਆਪਣੇ ਆਪ ਨੂੰ ਜਿਹੜਾ ਹੈਗਾ ਧਾਰਨ ਕਰਵਾ। ਫਿਰ ਕਿਹਾ ਸ਼ਰਣੀ ਪਾਵਨ ਨਾਮ ਤੇ ਆਵਨ, ਸਹਿਜ ਸਮਾਵਨ ਸੰਗ। ਸ਼ਰਣੀ ਪਾਵਨ ਨਾਮ ਤੇ ਆਵਨ। ਸ਼ਰਣੀ ਪਾਵਨ, ਸ਼ਰਨ ਪਵਣਾ, ਇਹਨੂੰ ਕਈ ਰੂਪਾਂ ਵਿੱਚ ਬਿਆਨ ਕੀਤਾ ਗਿਆ। ਵੈਸੇ ਜਿਵੇਂ ਸਪੋਜ਼ ਕਰੋ ਲਫ਼ਜ਼ਾਂ ਨੂੰ ਡੀਪ ਲੈਵਲ ਤੇ ਸਮਝਣਾ ਜ਼ਰੂਰੀ ਹੈ, ਪਰ ਕਈ ਵਾਰੀ ਵੀ ਹੁੰਦਾ ਵਾਲ ਦੀ ਖੱਲ ਪੱਟ ਕੇ ਤੇ ਬੰਦਾ ਕਿਤੇ ਹੋਰ ਵੀ ਚਲਾ ਜਾਂਦਾ। ਮੈਨੂੰ ਯਾਦ ਆ ਚੰਡੀਗੜ੍ਹ ਹੀ ਅਸੀਂ ਉਦੋਂ ਪੜ੍ਹਦੇ ਸੀਗੇ ਤੇ ਇੱਕ ਸੱਜਣ ਆਇਆ ਤੇ ਉਹ ਕਹਿੰਦਾ ਕਿ ਦੇਖੋ ਜੀ ਅਸੀਂ ਨਾ ਕਈ ਵਾਰੀ ਸੇਵਾ ਵੀ ਗਲਤ ਕਰ ਲੈਂਦੇ ਹਾਂ। ਸੇਵਾ ਕਿਵੇਂ ਗਲਤ ਕਰ ਲੈਂਦੇ ਹਾਂ? ਕਹਿੰਦਾ ਜੀ ਜਿਹੜਾ ਹੈਗਾ ਬਾਣੀ 'ਚ ਸ਼ਬਦ ਆਉਂਦਾ ਵੀ ਜਿਹੜੀ ਹੈਗੀ ਏ ਤਲੀ ਖਾਕ ਮਿਲੇ ਤਾਂ ਮਸਤਕ ਲਾਈ ਹੈ। ਹੁਣ ਤਲੀ ਖਾਕ ਕਹਿੰਦਾ ਦੱਸੋ ਤੁਸੀਂ ਸ਼ੂਜ਼ ਸਾਫ਼ ਕਰਦੇ ਹੋ ਤੇ ਥੱਲਾ ਸਾਫ਼ ਕਰਦੇ ਹੋ? ਥੱਲਾ ਜਿਹੜਾ ਉਹ ਥੋੜਾ ਹੈ। ਤਲੀ, ਤਲੀ ਕਿੱਥੇ ਹੁੰਦੀ ਹੈ? ਜਿਹੜੀ ਪੈਰ ਦੀ ਤਲੀ ਹੈ, ਤੱਲਾ ਜਿਹੜਾ ਹੈਗਾ ਇਹਦੇ ਵਿਚਲੀ ਜਿਹੜੀ ਵਿਚਲੀ ਮਿੱਟੀ ਹੈ ਨਾ, ਉਹ ਵਿੱਚੋਂ ਕੱਢੋ ਤੇ ਉਹ ਹੱਥ ਤੇ ਪਾਓ ਤੇ ਉਹ ਮੱਥੇ ਤੇ ਲਾਓ ਤੇ ਫਿਰ ਕਲਿਆਣ ਹੋਏਗਾ। ਮਤਲਬ ਮਕੈਨੀਕਲ ਇਸ ਤਰੀਕੇ ਕਿਸਮ ਦੀਆਂ ਗੱਲਾਂ। ਹਕੀਕੀ ਬਾਤ ਕੀ ਹੈ ਇਹਨੂੰ ਥੋੜਾ ਜਿਹਾ ਧਿਆਨ ਨਾਲ ਦੇਖਣਾ। ਅਕਸਰ ਮੇਰੇ ਜ਼ਿਹਨ 'ਚ ਕਈ ਵਾਰ ਚੀਜ਼ਾਂ ਅਟਕੀਆਂ ਹੁੰਦੀਆਂ ਨੇ। ਸ਼ਰਣੀ ਪਾਵਨ ਨਾਮ ਤੇ ਆਵਣ, ਸਹਿਜ ਸਮਾਵਣ ਸੰਗ। ਸਾਡੇ ਪ੍ਰੋਫੈਸਰ ਸੀਗੇ, ਹੁਣ ਤੇ ਗੁਰਪੁਰੀ ਸੁਧਾਰ ਗਏ, ਬੜੇ ਬਜ਼ੁਰਗ ਸੀ, ਬੜੇ ਬੇਬਾਕ ਸੀਗੇ ਤੇ ਉਹ ਸਾਨੂੰ ਪੜ੍ਹਾਉਂਦੇ ਨੇ। ਅਸਲ 'ਚ ਹੋਇਆ ਹੈ ਕਿ ਪਟਿਆਲੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਆਪਨੇ ਦੇਖਿਆ ਹੋਣਾ, ਉੱਥੇ ਜੋ ਤੁਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਜਾਂਦੇ ਹੋ ਤੇ ਜਿਹੜਾ ਜੋੜਾ ਘਰ ਬਣਿਆ ਹੈਗਾ ਉਹ ਥੋੜਾ ਥੱਲੇ ਬੇਸਮੈਂਟ ਪੱਟ ਕੇ ਡੂੰਘਾ ਬਣਿਆ, ਦੇਖਿਓ ਉੱਥੇ ਉਸ ਰੂਪ ਦੇ ਵਿੱਚ। ਅਸੀਂ ਸਟੂਡੈਂਟਸ ਹਾਂ ਤੇ ਪ੍ਰੋਫੈਸਰ ਸਾਹਿਬ ਨੇ ਤੁਹਾਨੂੰ ਜਾ ਕੇ ਜੋੜੇ ਲਾਏ ਨੇ ਤੇ ਬੜੇ ਖੁਦਦਾਰ ਕਿਸਮ ਦੇ ਬੰਦੇ ਸੀਗੇ। ਮਤਲਬ ਜਿੰਨੀ ਦੇਰ ਤੱਕ ਉਹਨਾਂ ਦੇ ਨੈਣ ਪ੍ਰਾਣ ਚੱਲਦੇ ਸੀ ਉਹ ਕਹਿੰਦੇ ਨਹੀਂ ਮੈਂ ਆਪ ਕਰਾਂਗਾ ਸਭ ਕੰਮ ਆਪਣੇ। ਉਹਨਾਂ ਨੇ ਜੋੜਾ ਉਤਾਰਿਆ। ਜਿਵੇਂ ਜੋੜਾ ਉਤਾਰਿਆ ਤੇ ਅਸੀਂ ਵਿਦਿਆਰਥੀ ਸੀਗੇ, ਸਾਡਾ ਸੀਗਾ ਵੀ ਜੋੜਾ ਉਠਾ ਕੇ ਜਮ੍ਹਾਂ ਹੀ ਕਰਾਉਣਾ, ਅਸੀਂ ਕਰਾ ਦਿੰਦੇ ਹਾਂ। ਉਹ ਕਹਿੰਦੇ ਨਹੀਂ ਨਹੀਂ, ਆਪ ਜੋੜਾ ਚੱਕਿਆ, ਜਮ੍ਹਾਂ ਕਰਾਉਣ ਲਈ ਅੱਗੇ ਵਧੇ। ਜਿਵੇਂ ਵਧੇ ਇਸ ਤਰੀਕੇ ਨਾਲ ਲਾਈਨਾਂ ਲੱਗੀਆਂ ਨੇ। ਆਪਣੀ ਲਾਈਨ ਵਿੱਚ ਜੋੜਾ ਪਕੜਾਇਆ, ਨਾਲ ਦੀ ਲਾਈਨ ਵਿੱਚ ਇੱਕ ਮਾਈ ਜੋੜਾ ਫੜਾ ਰਹੀ ਹੈ, ਨੌਜਵਾਨ ਬੱਚੀ ਹੈ, ਉਹ ਜੋੜਾ ਦੇ ਰਹੀ ਹੈ। ਸਾਹਮਣੇ ਫੜਨ ਵਾਲਾ ਸ਼ਖਸ ਉਹ ਐਵੇਂ ਜੋੜਾ ਫੜਦਾ ਹੱਥਾਂ ਦੇ ਉੱਤੇ ਤੇ ਇਸ ਤਰੀਕੇ ਨਾਲ ਮੱਥੇ ਨੂੰ ਲਾਉਂਦਾ ਵੀ ਮੈਂ ਸੇਵਾ ਕਰ ਰਿਹਾ, ਵੀ ਸ਼ੁਕਰ ਹੈ ਸਤਸੰਗੀ ਆਇਆ ਕੋਈ, ਮੈਂ ਉਹਦੇ ਜੋੜਿਆਂ ਦੀ ਸੇਵਾ ਕਰਨ ਲੱਗਾ। ਜਿਵੇਂ ਉਹਨੇ ਜੋੜਾ ਫੜ ਕੇ ਮੱਥੇ ਨੂੰ ਲਾਇਆ ਤੇ ਪ੍ਰੋਫੈਸਰ ਸਾਹਿਬ ਝੁਕੇ ਸੀ ਥੱਲੇ, ਆਪਣਾ ਜੋੜਾ ਫੜਾ ਰਹੇ ਸੀ, ਉਹਦੇ ਵੱਲ ਵੇਖਿਆ ਤੇ ਉੱਚੀ ਸਾਰੀ ਬੋਲ ਕੇ ਕਹਿੰਦੇ ਵੇਖਾਂ ਕਿਵੇਂ ਪਖੰਡ ਕਰਨ ਦਿਆ, ਮਤਲਬ ਵੇਖ ਕਿਹੋ ਜਿਹਾ ਡੰਬਰ ਕਰਨ ਦਿਆ। ਅਸੀਂ ਫਟਾਫਟ ਭੱਜ ਕੇ ਵਧੇ। ਪ੍ਰੋਫੈਸਰ ਸਾਹਿਬ ਕੀ ਹੋਇਆ? ਵੀ ਜਾਣਦੇ ਹੋ ਕੀ ਪਤਾ ਲੱਗਦਾ ਇੱਥੇ ਪਰਚੀਆਂ ਵਾਲੇ ਵੀ ਹੈਗੇ ਨੇ, ਕੁੱਟ ਕਟਾਪਾ ਵੀ ਕਰਦੇ ਨੇ ਖੂਬ, ਇਸ ਕਰਕੇ ਬਚਿਆ ਜਾਏ। ਪਰ ਪ੍ਰੋਫੈਸਰ ਸਾਹਿਬ ਹਟੇ ਨਹੀਂ, ਉਹਨੇ 2-4 ਵਾਰੀ ਹੋਰ ਕਹਿ ਤਾ। ਅਸੀਂ ਕਿਹਾ ਪ੍ਰੋਫੈਸਰ ਸਾਹਿਬ, ਅਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਆਪਣੇ ਨਾਲ ਲੈ ਕੇ ਗੁਰਦੁਆਰਾ ਸਾਹਿਬ ਨੂੰ ਤੁਰੇ। ਅਸੀਂ ਕਿਹਾ ਹੋਇਆ ਕੀ? ਕਹਿੰਦੇ ਹੋਣਾ ਕੀ ਹੈ? ਕਹਿੰਦੇ ਮੇਰਾ ਗੁਆਂਢੀ ਹੈ ਜਿਹੜਾ ਜੋੜਾ ਚੱਕ ਰਿਹਾ ਸੀਗਾ, ਬਿਲਕੁਲ ਮੇਰਾ ਪੜੋਸੀ ਹੈ। ਇੱਥੇ ਮਾਈਆਂ ਦੇ ਜੋੜੇ ਫੜ ਕੇ ਤੇ ਇਸ ਤਰੀਕੇ ਨਾਲ ਫੜ ਕੇ ਮੱਥੇ ਨੂੰ ਲਾ ਰਿਹਾ। ਕਹਿੰਦੇ ਘਰ ਹਾਲਤ ਇਹ ਹੈ ਜਿਹੜੀ ਵਿਆਹ ਕੇ ਇਹਦੇ ਲੜ ਲਾਈ ਹੈ ਉਹਦੇ ਨਾਲ ਹੱਸ ਕੇ ਬੋਲਦਾ ਨਹੀਂਗਾ, ਉਹਨੂੰ ਰੋਜ਼ ਮਾਰਦਾ, ਰੋਜ਼ ਉਲਾਮੇ ਆਉਂਦੇ ਨੇ। ਸਾਰਾ ਕਹਿੰਦੇ ਮੁਹੱਲਾ ਆਵਾਜ਼ਾਰ ਹੈ, ਇਹਨੂੰ ਕਿੰਨੀ ਵਾਰ ਕਹਿ ਚੁੱਕਾ ਹੈ, ਪਰ ਇਹ ਬਿਲਕੁਲ ਜਿਹੜਾ ਹੈਗਾ ਇਸ ਰੂਪ ਦੇ ਵਿੱਚ। ਹੁਣ ਇਹ ਬਾਣੀ ਦਾ ਅਹਿਸਾਸ ਪੜੋ ਕੀ ਹੈ। ਸ਼ਰਣੀ ਪਾਵਨ, ਜੋੜਿਆਂ ਦੀ ਸੇਵਾ ਕਰਨੀ। ਇਹ ਤਲੀ ਖਾਕ ਵਿਚਲੀ ਮਿੱਟੀ ਕੱਢਣੀ ਹੈ, ਥੱਲੜੀ ਮਿੱਟੀ ਕੱਢਣੀ ਹੈ, ਇਹ ਨਹੀਂ ਕੌਨਸੈਪਟ ਹੈਗਾ। ਕੌਨਸੈਪਟ ਇਹ ਹੈਗਾ ਬੰਦੇ ਆਪਣੇ ਹੰਕਾਰ ਨੂੰ ਮਾਰ। ਕੀ ਬਣਿਆ ਫਿਰਦਾ ਹੈ? ਕੀ ਤੋਪ ਬਣਿਆ ਫਿਰਦਾ ਹੈ? ਮਾਫੀ ਮੰਗਾਂਗਾ ਮੈਂ। ਦੇਖੋ ਸਮਾਜ ਪਹਿਲਾਂ ਵੀ ਸੀਗਾ, ਪਹਿਲਾਂ ਇਹ ਸੀਗਾ ਕਿ ਥੋੜਾ ਪਰਿਵਾਰਾਂ ਦੇ ਵਿੱਚ ਉਨੀ ਚੋਇਸ ਨਹੀਂ ਸੀ ਹੁੰਦੀ। ਬੱਚੇ ਮਾਪਿਆਂ ਨੂੰ ਲੜਦਿਆਂ ਨੂੰ ਵੇਖਦੇ ਸੀ, ਕੁੱਟਮਾਰ ਹੁੰਦੀ ਸੀਗੀ, ਸਭ ਨਿਕਲ ਆ ਜਾਂਦਾ ਸੀਗਾ ਸਮਾਂ ਪਾ ਕੇ। ਲੋਕੀ ਕਹਿੰਦੇ ਸੀ ਕੋਈ ਨਾ, ਪੰਜਾਬੀ ਦਾ ਇੱਕ ਅਖਾਣ ਨਹੀਂ ਵੀ ਦੜ ਵੱਟ ਜਮਾਨਾ ਘੱਟ, ਭਲੇ ਦਿਨ ਆਉਣਗੇ, ਵੀ ਕੋਈ ਨਾ ਕਿਸੇ ਤਰੀਕੇ ਨਾਲ ਸਮਾਂ ਕੱਢੋ ਭਾਈ, ਕਦੀ ਵਕਤ ਬਦਲੇਗਾ। ਸਾਡੇ ਪੰਜਾਬੀ ਦੇ ਅਖਾਣ ਇਹ ਵੀ ਬਣਾਏ ਗਏ ਵੀ 12 ਵਰ੍ਹੇ ਬਾਅਦ ਭਾਈ ਰੂੜੀ ਦੀ ਵੀ ਸੁਣੀ ਜਾਂਦੀ। ਆਖਰਕਾਰ ਕਦੀ ਤੇ ਬੋੜੀ ਹੋਏਗੀ, ਬੱਚੇ ਵੱਡੇ ਹੋ ਜਾਣਗੇ, ਸੰਭਾਲ ਹੋ ਜਾਏਗੀ ਇਸ ਰੂਪ ਦੇ ਵਿੱਚ। ਜਿਨ੍ਹਾਂ ਮੁਬਾਲਿਕ ਵਿੱਚ ਅੱਜ ਰਹਿ ਰਹੇ ਹਾਂ ਅਸੀਂ ਐਸੇ ਨਹੀਂ ਹੈਗੇ। ਇੱਥੇ ਘਰਾਂ ਥਾਵਾਂ ਦੇ ਵਿੱਚ
ਵਾਇਲੈਂਸ ਹੋਈ ਨਹੀਂ, ਕੁਝ ਇਸ਼ੂ ਹੋਇਆ ਨਹੀਂ, ਤੇ ਇੱਕਦਮ ਜਿਹੜੀ ਸਿਚੁਏਸ਼ਨ ਬਦਲ ਜਾਏਗੀ। ਜੇ ਨਾ ਵੀ ਬਦਲੇਗੀ ਤੇ ਸਭ ਤੋਂ ਵੱਡੀ ਸਟੇਕ ਤੇ ਤੁਹਾਡੇ ਪਏ ਨੇ ਬੱਚੇ। ਬੱਚੇ ਆਖਰਕਾਰ ਗਵਾ ਲਵੋਗੇ। ਮੈਂ ਦੇਖਦਾ ਏਡੇ ਏਡੇ ਪਿਆਰੇ ਬੱਚੇ ਘਰਾਂ ਦੇ ਵਿੱਚ ਮਾਂ-ਬਾਪ ਦੀ ਆਕੜ ਜਿਹੜੀ ਇੱਕ ਦੂਜੇ ਨੂੰ ਫੁੰਕਾਰਨਾ ਇਸ ਰੂਪ ਦੇ ਵਿੱਚ, ਉਹਨਾਂ ਬੱਚਿਆਂ ਦਾ ਭਵਿੱਖ ਖਰਾਬ ਕਰੀ ਜਾ ਰਹੀ ਹੈ। ਫਿਰ ਅਸੀਂ ਕਹਿੰਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਦੇ ਆ। ਮੈਂ ਸੋਚਦਾ ਕੀ ਮੰਨਦੇ ਆ? ਠਾਕੁਰ ਗਾਈਏ ਆਤਮ ਰੰਗ, ਆਤਮਕ ਤੌਰ ਤੇ ਉਹਦੇ ਬਚਨਾਂ ਨੂੰ ਧਾਰਨ ਕਰਨਾ ਓਨੈਸਟ ਲੈਵਲ ਤੇ। ਤੇ ਬਾਣੀ 'ਚ ਸਭ ਤੋਂ ਵੱਧ ਗੱਲ ਕਿਹਦੀ ਹੁੰਦੀ ਏ? ਠਾਕੁਰ ਦੀ, ਜਿਹਦੇ ਹੁਕਮ ਨੂੰ ਮੰਨਣਾ ਹੈ। ਹੁਕਮ ਦੀ ਪੌੜੀ ਪੜਿਓ ਮੇਰੇ ਨਾਲ ਮਾੜੀ ਜੀ, ਦੋ ਪਲ ਦਿਓ ਇਸੇ ਰੂਪ 'ਚ। ਗੁਰੂ ਨਾਨਕ ਸਾਹਿਬ ਦਾ ਜਪਜੀ ਸਾਹਿਬ ਦਾ ਸੰਦੇਸ਼ ਸਿੱਖਾਂ ਨੂੰ ਕੰਠ ਹੈ ਆਲਮੋਸਟ, ਨਹੀਂ ਤੇ ਸਰਲ ਤੇ ਹੈ। ਅਸੀਂ ਬਚਨ ਪੜ੍ਹੀਏ, ਕਿਵ ਸਚਿਆਰਾ ਹੋਈ ਹੈ। ਸਚਿਆਰ ਕਿਵੇਂ ਬਣਨਾ ਹੈ ਮਹਾਰਾਜ ਸਾਨੂੰ ਨਹੀਂ ਪਤਾ, ਸਭ ਕਹਿੰਦੇ ਮੈਂ ਦੱਸਦਾ। ਹੁਕਮ ਰਜ਼ਾਈ ਚੱਲਣਾ, ਇਹ ਸਚਿਆਰ ਬਣਨ ਦਾ ਰਾਹ ਹੈ। ਮਹਾਰਾਜ ਸਾਨੂੰ ਇਹ ਵੀ ਨਹੀਂ ਪਤਾ ਹੁਕਮ ਕੀ ਹੈ। ਵੀ ਡੋਂਟ ਨੋ ਵਟ ਇਜ਼ ਦਾ ਆਰਡਰ ਆਫ ਆਵਰ ਲਾਰਡ, ਸੋ ਹਾਊ ਕੈਨ ਵੀ ਫੋਲੋ ਇਟ? ਅਸੀਂ ਫੋਲੋ ਕਿਵੇਂ ਕਰਾਂਗੇ? ਬਾਬਾ ਜੀ ਨੇ ਉਸੇ ਜਗ੍ਹਾ ਤੋਂ ਹੀ ਹੁਕਮ ਦੀ ਵਿਆਖਿਆ ਸ਼ੁਰੂ ਕਰ ਦਿੱਤੀ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਏ। ਬਾਬਾ ਜੀ ਕੰਪਲੈਕਸ ਆ, ਸਾਨੂੰ ਨਹੀਂ ਸਮਝ ਆਉਂਦਾ। ਚੱਲੀ ਜਾਓ, ਇਸ ਪੌੜੀ ਨੂੰ ਪੜ੍ਹੀ ਜਾਓਗੇ। ਅਖੀਰ ਗੱਲ ਇੱਥੇ ਮੁਕਾ ਦਿੱਤੀ ਮਹਾਰਾਜ ਨੇ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਜਿਹਨੂੰ ਹੁਕਮ ਦੀ ਬੁਝਾਰਤ ਬੁਝ ਗਈ, ਉਹਨੂੰ ਦੁਰਾਡਿਓਂ ਵੀ ਕੋਈ ਆਵਾਜ਼ ਮਾਰ ਕੇ ਨਹੀਂ ਕਹੇਗਾ ਇਹ ਹੰਕਾਰੀ ਹੈ। ਜੇ ਅਹੰਗ ਬਿਰਤੀ ਕਿਤੇ ਮਾੜੀ ਜੀ ਵੀ ਛੂ ਗਈ ਹੈ, ਹੁਕਮ ਦੀ ਪਾਲਣਾ ਨਹੀਂ ਹੋ ਰਹੀ। ਬੰਦੇ 'ਚ ਅਹੰਗ ਨਹੀਂ ਹੋਣਾ ਚਾਹੀਦਾ। ਹਲੀਮੀ, ਨਿਮਰਤਾ, ਇੱਥੇ ਕਿਹਾ ਸ਼ਰਣੀ ਪਾਵਨ, ਆਪਣਾ ਆਪਾ ਮਿਟਾ ਦੇਣਾ, ਆਪਣੇ ਆਪ ਨੂੰ ਜਤਾਣਾ ਹੀ ਨਹੀਂ, ਆਪਣੀ ਹੋਂਦ ਨੂੰ ਮਿਟਾਓ। ਉਸ ਰੂਪ ਵਿੱਚ ਬਾਤ ਕੀਤੀ ਗਈ। ਜਿਹੜਾ ਭਜਨ ਬੰਦਗੀ ਦਾ ਕਨਸੈਪਟ ਹੈ, ਕਨਸੈਪਟ ਹੀ ਇਹ ਹੈ, ਬਾਹਰ ਕਿਸੇ ਨੂੰ ਨਹੀਂ ਮਾਰਨਾ, ਅੰਦਰਲੇ ਹੰਕਾਰ ਨੂੰ ਮਾਰਨਾ ਹੈ, ਜਿਹੜਾ ਲਗਾਤਾਰ ਵਧੀ ਜਾ ਰਿਹਾ, ਲਗਾਤਾਰ ਵਧੀ ਜਾ ਰਿਹਾ। ਸਾਡੇ ਜੀਵਨ ਵਿਹਾਰ ਦੇ ਰੰਗਾਂ ਵਿੱਚ ਦੇਖੋ, ਸਾਡੇ ਪੰਜਾਬੀ ਜੀਵਨ ਦੀ ਲਹਿਜ਼ੇਦਾਰੀ ਨੂੰ ਦੇਖੋ। ਮਾਫੀ ਮੰਗਾਂਗਾ, ਫਿਰ ਦੇਖੋ ਇਹ ਇੱਕ ਬੜੀ ਗੁਲਾਮ ਬਿਰਤੀ ਹੈ, ਮਾਨਸਿਕ ਬਿਰਤੀ ਹੈ, ਮਾੜੀ ਬਿਰਤੀ ਹੈ ਕਿ ਬੰਦਾ ਆਪਣੇ ਔਗਣ ਨਾ ਦੇਖੇ, ਦੂਜਿਆਂ ਨੂੰ ਗੁਨੇਗਾਰ ਸਥਾਪਿਤ ਕਰੀ ਜਾਏ। ਅਸੀਂ ਸਾਰੇ ਪੰਜਾਬ ਤੋਂ ਵਾਕਿਫ ਹਾਂ ਬਹੁਤੇ। ਆਪ ਅੰਦਾਜ਼ਾ ਲਾ ਸਕਦੇ ਹੋ ਪੰਜਾਬ ਦੇ ਵਿੱਚ, ਚਲੋ ਹੁਣ ਤੇ ਕਿਸੇ ਦਿਨ ਵਕਤ ਬਣਿਆ ਡਿਟੇਲ 'ਚ ਡਿਸਕਸ ਕਰਾਂਗੇ, ਪਾਣੀ ਖਰਾਬ ਕਰ ਲਿਆ, ਹਵਾ ਖਰਾਬ ਕਰ ਲਈ ਸਭ, ਪਰ ਇਹ ਮੰਨਣਾ ਪਏਗਾ ਵੀ ਪਾਣੀ ਉੱਥੇ ਮੌਜੂਦ ਆ, ਪਾਣੀ ਪੀਣ ਨੂੰ ਮਿਲ ਜਾਂਦਾ, ਰੋਟੀ ਖਾਣ ਨੂੰ ਮਿਲ ਜਾਂਦੀ, ਜ਼ਮੀਨ ਫਰਟਾਈਲ ਹੈ, ਸਭ ਉਸ ਰੂਪ ਦੇ ਵਿੱਚ ਹੈ। ਆਪ ਪੰਜਾਬ ਤੋਂ ਥੋੜ੍ਹਾ ਜਿਹਾ ਬਾਹਰ ਆ ਜਾਓ, ਰਾਜਸਥਾਨ ਵਾਲੇ ਪਾਸੇ ਆ ਜਾਓ, ਇੱਧਰ ਗੰਗਾ ਨਗਰ ਹਨੂਮਾਨਗੜ੍ਹ ਦਾ ਇਲਾਕਾ ਥੋੜ੍ਹਾ ਅੱਗੇ ਲੰਘ ਜਾਓ, ਤੁਹਾਨੂੰ ਦੂਰ ਤੱਕ ਬਰੇਤੇ ਦੇ ਟਿੱਲੇ ਦਿਸਣਗੇ, ਕੁਛ ਨਹੀਂ ਦਿਸੇਗਾ। ਪੀਣ ਲਈ ਪਾਣੀ ਵੀ ਨਹੀਂ, ਕਈ ਕਈ ਮੀਲਾਂ ਤੱਕ, ਕਈ ਕਈ ਕੋਹਾਂ ਤੱਕ। ਲੋਕਾਂ ਦੇ ਕੋਲ ਗੁਰਬਤ ਤੇ ਗਰੀਬੀ ਨੂੰ ਹੰਡਾਉਣ ਤੋਂ ਬਿਨਾਂ ਕੋਈ ਹੋਰ ਚੋਇਸ ਨਹੀਂ। ਪਰ ਹੈਰਾਨਗੀ ਦੀ ਗੱਲ ਇਹ ਹੈ, ਲੋਕਾਂ ਦੇ ਸਿਰਾਂ ਤੇ ਕਰਜ਼ਾ ਨਹੀਂ ਹੈਗਾ, ਲੋਕਾਂ ਨੂੰ ਦੇਣਦਾਰੀਆਂ ਨਹੀਂ ਹੈਗੀਆਂ, ਲੋਕੀ ਸੁਸਾਈਡ ਨਹੀਂ ਕਰ ਰਹੇ। ਤੁਸੀਂ ਜਾ ਕੇ ਵੇਖ ਲਓ, ਡਾਟਾ ਕੱਢ ਕੇ ਵੇਖੋ, ਹੈਰਾਨਗੀ ਹੁੰਦੀ ਆ ਕੀ ਬਣ ਗਿਆ ਹੈ। ਮਤਲਬ ਇਹ ਸਾਰਾ ਕੁਝ ਕਿਉਂ ਹੋ ਰਿਹਾ? ਰੀਜ਼ਨ ਇਹ ਹੈ ਵਿਖਾਵੇਬਾਜ਼ੀ। ਮਤਲਬ ਜਿਹੜੀ ਮੇਰੀ ਜੇਬ ਅਫੋਰਡ ਨਹੀਂ ਕਰਦੀ, ਮੈਂ ਉਹੋ ਜਿਹਾ ਲਾਈਫ ਸਟਾਈਲ ਅਡਾਪਟ ਕਰ ਲਿਆ ਲੋਕ ਵਿਖਾਵੇ ਵਾਸਤੇ। ਤੇ ਇਹ ਹੈ, ਲੋਕਾਂ ਨੂੰ ਕਿਹੜਾ ਨਹੀਂ ਪਤਾ ਕਿਹਨੂੰ ਝੂਠ ਬੋਲ ਰਹੇ ਆ, ਕਿਹਨੂੰ ਵਿਖਾ ਰਹੇ ਕਿ ਮੈਂ ਵੱਡਾ ਸਰਦਾਰ ਹਾਂ, ਮੈਂ ਵੱਡਾ ਜਿਹੜਾ ਹੈਗਾ ਮਾਲਕ ਹਾਂ ਵੱਡੀਆਂ ਜ਼ਮੀਨਾਂ ਜਾਇਦਾਦਾਂ ਦਾ। ਚਾਰ ਚਫੇਰਾ ਸਭ ਜਾਣਦਾ। ਬਾਣੀ ਕਹਿੰਦੀ ਉਗੜ ਗਿਆ ਜੈਸੇ ਖੋਟਾ ਟੱਬੂਆ ਨਦਰ ਸਰਾਫ ਹੈ ਆਈ। ਕਾਲ ਸਰਾਫ ਹੈ ਬੜਾ ਵੱਡਾ, ਕਸਵੱਟੀ ਲਾਉਂਦਾ, ਹਰ ਚੀਜ਼ ਨੂੰ ਉਘੇੜ ਕੇ ਰੱਖ ਦਿੰਦਾ ਹੈ। ਇਹ ਸ਼ੋਅ ਆਫ ਹੈ, ਵਿਖਾਵੇਬਾਜ਼ੀ। ਬਾਹਰ ਨਿਕਲ, ਸ਼ਰਣੀ ਪਾਵਨ, ਹਲੀਮੀ ਚਾਹ, ਨਿਮਰਤਾ ਚਾਹ, ਫਿਰ ਨਾਮ ਧਿਆਵਨ, ਹਰ ਵਕਤ ਆਪਣਾ ਸੁਰਤ ਜਿਹੜੀ ਅਕਾਲ ਪੁਰਖ ਵਾਹਿਗੁਰੂ ਵੱਲ ਰੱਖ, ਉਹਦੇ ਤੇ ਭਰੋਸਾ ਰੱਖ, ਉਸ ਭਰੋਸੇ ਦੇ ਵਿੱਚ ਇਮਾਨਦਾਰਾਨਾ ਜੀਵਨ ਆਪਣਾ। ਸਹਿਜ ਸਮਾਵਣ ਸੰਗ, ਸਹਿਜ ਸਮਾਵਣ ਸੰਗ। ਵੈਸੇ ਲੋਕੀ ਕਹਿ ਦਿੰਦੇ ਨੇ ਕਈ ਵਾਰ, ਕਿਸੇ ਨੇ ਰੱਬ ਵੇਖਿਆ ਥੋੜਾ ਹੈ, ਨਾ ਰੱਬ ਮਿਲਦਾ ਹੀ ਕਿਤੇ। ਸਾਹਿਬ ਜ਼ਿਕਰ ਕਰਦੇ, ਉਹ ਸਹਿਜ ਸੁਭਾਏ ਸਾਨੂੰ ਆਪਣੇ ਆਲਿੰਗਣ ਵਿੱਚ ਲੈ ਲੈਂਦਾ, ਸੰਗ ਲੈ ਲੈਂਦਾ ਆਪਣੇ। ਭਾਵ ਉਹ ਕਰਤਾਰ ਆਖਰਕਾਰ ਜੇ ਅਸੀਂ ਇੰਨੇ ਗੁਣਾਂ ਨੂੰ ਧਾਰਨ ਕਰਕੇ ਉਸ ਪਾਸੇ ਨੂੰ ਤੁਰਾਂਗੇ, ਉਹ ਸਾਨੂੰ ਵਡਿਆਏਗਾ, ਸਾਨੂੰ ਜੀਵਨ ਦੇ ਸ਼ੁਭ ਗੁਣਾਂ ਦੀ ਦਾਤ ਦੇਵੇਗਾ। ਹੁਣ ਆ ਜੀ ਸ਼ੁਰੂਆਤੀ ਪਦੇ ਦੇ ਵਿੱਚ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਸੂਰਾ ਸੂਰਮੇ ਨੂੰ ਕਹਿੰਦੇ। ਹੁਣ ਸੂਰਮਾ ਹੋਣਾ, ਸਭ ਤੋਂ ਵੱਡਾ ਸੂਰਮਾ ਸੁਰਤ ਦਾ ਸੂਰਮਾ। ਬੰਦੇ ਦੇ ਵਿੱਚ ਦਲੇਰੀ
ਬਹਿਰੂਨੀ ਰੂਪ ਦੇ ਵਿੱਚ ਜਿਹੜੀ ਹੈ ਉਸ ਤਰੀਕੇ ਨਾਲ ਨਹੀਂ ਚਾਹੀਦੀ। ਬੰਦੇ 'ਚ ਪਹਿਲਾਂ ਦਲੇਰੀ ਅੰਤਰੀ ਭਾਵ ਵਿੱਚ ਚਾਹੀਦੀ ਹੈ। ਹੁਣ ਆਪ ਅੰਦਾਜ਼ਾ ਲਾਓ, ਸਾਡੇ ਜੀਵਨ ਵਿੱਚ ਸਭ ਤੋਂ ਵੱਡੀ ਅਲਾਮਤ ਆਲਸ ਆ। ਲੋਕਾਂ ਨੂੰ ਆਲਸ ਦੀ ਝਿੱਲ ਜਿਹੜੀ ਹੈ ਸਾਰੀ ਸਾਰੀ ਉਮਰ ਮਾਰ ਦਿੰਦੀ ਹੈ। ਮਤਲਬ ਕੋਈ ਕੰਮ ਕਰਨਾ ਹੈ, ਆਲਸ ਹੀ, ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਪ੍ਰੋਕਾਸਟੀਨੇਸ਼ਨ ਕਹਿੰਦੇ ਆ, ਵੀ ਕੋਈ ਨਾ ਕਰ ਲਵਾਂਗੇ, ਕੱਲ ਨੂੰ ਕਰ ਲਾਂਗੇ, ਪਰਸੋਂ ਕਰ ਲਾਂਗੇ, ਕਰਦਿਆਂ ਕਰਦਿਆਂ ਉਮਰਾਂ ਲੰਘ ਜਾਂਦੀਆਂ ਇਸ ਰੂਪ ਦੇ ਵਿੱਚ। ਇੱਥੇ ਸਾਹਿਬ ਨੇ ਕਿਹਾ, ਜਿਹਨੂੰ ਕਰਤਾਰ ਨੇ ਪ੍ਰੀਤ ਦਾ ਅਸਲ ਵਿੱਚ ਰੰਗ ਲਾ ਦਿੱਤਾ, ਸਨੇਹ ਦੇ ਦਿੱਤਾ, ਉਹ ਸੂਰਮਾ ਬਣ ਗਿਆ। ਉਹਨੇ ਛੋਟੀਆਂ ਛੋਟੀਆਂ ਜੀਵਨ ਦੀਆਂ ਕਮਜ਼ੋਰੀਆਂ ਜਿਹੜੀਆਂ ਨੇ, ਇਹਨਾਂ ਨੂੰ ਜਿਹੜਾ ਜਿੱਤ ਲਿਆ, ਇਹਨਾਂ ਤੋਂ ਬਾਹਰ ਆ ਗਿਆ ਇਸ ਤਰੀਕੇ ਦੇ ਨਾਲ। ਇੱਥੇ ਸਾਡੇ ਸਤਸੰਗੀ ਕਦੀ ਕਦੀ ਆਉਂਦੇ ਨੇ ਤੇ ਉਹ ਜਟਾ ਜੂਟ ਨੇ, ਪੂਰੀ ਤਰ੍ਹਾਂ ਸਿੱਖੀ ਸਰੂਪ ਵਿੱਚ ਨੇ। ਤੇ ਉਹਨਾਂ ਦਾ ਇੱਕ ਮਿੱਤਰ, ਤੇ ਉਹ ਇੱਥੇ ਕਿਸੇ ਨੂੰ ਗੱਡੀ ਬਣਨ ਵਾਸਤੇ ਦਿੱਤੀ ਮਕੈਨਿਕ, ਤੇ ਉਹ ਗੱਡੀ ਉਹਨੇ ਬਣਾਈ, ਤੇ ਉਹ ਬਾਅਦ ਦੇ ਵਿੱਚ ਉਹ ਕੁਝ ਉਹਨਾਂ ਦਾ ਆਪਸ ਦੇ ਵਿੱਚ ਹਿਸਾਬ ਕਿਤਾਬ ਕਰਨ ਦੇ ਦੌਰਾਨ ਕੁਝ ਮੁਸ਼ਕਲ ਬਣ ਗਈ। ਉਹ ਕਹਿੰਦਾ ਸਮਾਨ ਪਾਇਆ ਨਹੀਂ, ਤਾਂ ਉਹ ਕਹਿੰਦਾ ਪਾਇਆ ਹੈ, ਇੰਨੇ ਪੈਸੇ, ਮਤਲਬ ਲੈਣ ਦੇਣ ਤੋਂ ਮਸਲਾ ਵਿਗੜ ਗਿਆ ਕੁਛ। ਉਹ ਖੈਰ ਇੱਕ ਦੋ ਵਾਰੀ ਉਹਨੇ ਫੋਨ ਫਾਨ ਕੀਤਾ ਉਹਨੂੰ, ਭਾਈ ਮੈਨੇ ਬਿੱਲ ਬਣਦਾ, ਬਿੱਲ ਬੈਲੈਂਸ ਪੂਰਾ ਕਰਕੇ ਜਾ। ਉਹਨੂੰ ਨਾਲ ਲੈ ਕੇ ਉਹ ਸਾਡੇ ਮਿੱਤਰ ਸਤਸੰਗੀ ਨੂੰ ਨਾਲ ਚਲਾ ਗਿਆ। ਉੱਥੇ ਗਿਆ, ਉੱਥੇ ਦੋ ਚਾਰ ਗੱਲਾਂ ਹੋਈਆਂ, ਤੇ ਕਹਿੰਦਾ ਉਹ ਬੋਲ ਬੁਲਾਰਾ ਹੋ ਗਿਆ ਆਪਸ ਵਿੱਚ ਉਹਨਾਂ ਦਾ। ਵੀ ਉਹ ਕਹਿੰਦਾ ਮੈਂ ਇੰਨੇ ਬਣਦੇ ਨੇ, ਉਹ ਕਹਿੰਦਾ ਇੰਨੇ ਨਹੀਂ ਬਣਦੇ। ਅਖੀਰ ਉਹਨੇ ਕੁਝ ਕਹਿ ਦਿੱਤਾ ਵੀ ਤੂੰ ਜਿਹੜਾ ਹੈਗਾ ਜਟਾ ਜੂਟ ਹੈ, ਤੇ ਤੂੰ ਮੇਰੇ ਪੈਸੇ ਦੇਣ ਤੋਂ ਭੱਜ ਰਿਹਾ, ਬੇਈਮਾਨੀ ਕਰ ਰਿਹਾ, ਇਹੋ ਜਿਹੀ ਗੱਲ ਕਹਿਤੀ ਉਹਨੇ। ਉਹ ਇੱਕਦਮ ਲਾਹੋ ਲਾਖਾ ਹੋਇਆ, ਤੇ ਉਹ ਕਹਿੰਦਾ ਵੀ ਮੈਂ ਤੈਨੂੰ ਸੋਧ ਦਿਆਂਗਾ ਜੇ ਤੂੰ ਦੁਬਾਰਾ ਕਿਹਾ ਤੇ। ਉਹ ਖੈਰ ਕਹਿੰਦਾ ਉਹ ਸਾਹਮਣੇ ਵਾਲਾ ਸ਼ਖਸ ਜਿਹੜਾ ਸੀਗਾ ਉਹ ਮਤਲਬ ਸਿੱਖੀ ਸਰੂਪ ਵਿੱਚ ਨਹੀਂ ਸੀ ਹੈਗਾ, ਤੇ ਉਹ ਹੱਥ ਜੋੜ ਕੇ ਕਹਿੰਦਾ ਭਾਈ ਸਾਹਿਬ, ਆਹ ਜਿਹੜਾ ਲਫ਼ਜ਼ ਕਿਹਾ ਨਾ ਤੁਸੀਂ, ਇਹ ਆਪਣਾ ਵਾਪਸ ਪਾਓ ਆਪਣੀ ਜੇਬ ਵਿੱਚ। ਕੀ ਹੋਇਆ? ਕਹਿੰਦਾ ਸੋਧਣ ਵਾਲੇ ਹੋਰ ਹੀ ਹੁੰਦੇ ਨੇ, ਤੁਸੀਂ ਸੋਧ ਦੋਗੇ। ਜਿਹੜਾ ਝੜ ਚੜ ਕੇ ਪੈ ਰਿਹਾ ਉਹ ਤੇ ਸੋਧਿਆ ਨਹੀਂ ਗਿਆ ਤੁਹਾਡੇ ਤੋਂ, ਗੁੱਸਾ, ਮੈਨੂੰ ਕੀ ਸੋਧੋਗੇ? ਕਹਿੰਦੇ ਜਦੋਂ ਨੇ ਇਹ ਗੱਲ ਕਹੀ, ਮੈਨੂੰ ਵੀ ਸ਼ੀਸ਼ਾ ਦੱਸਿਆ, ਮੈਂ ਕਿਹਾ ਗੱਲ ਤੇ ਠੀਕ ਹੈ। ਬੰਦਾ ਆਲੇ ਦੁਆਲੇ ਤੇ ਬੜੇ ਫੁੰਕਾਰੇ ਮਾਰਦਾ ਵੀ ਮੈਂ ਆਹ ਕਰ ਦਿਆਂਗਾ, ਉਹ ਭਲੇ ਬੰਦੇ ਅੰਦਰ ਝਾਤ ਮਾਰ ਕੇ ਵੇਖ, ਅੰਦਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਕੀਤੇ ਨਹੀਂ। ਬੰਦੇ ਤੋਂ ਆਪਣਾ ਗੁੱਸਾ ਹੀ ਕਾਬੂ ਨਹੀਂ ਹੋ ਰਿਹਾ, ਕ੍ਰੋਧ ਹੀ ਕਾਬੂ ਨਹੀਂ ਹੋ ਰਿਹਾ। ਮੈਂ ਬਜ਼ਾਤੇ ਖੁਦ ਐਜ਼ ਏ ਪੇਰੈਂਟਿੰਗ ਰੋਲ 'ਚ ਹਾਂ ਇਸ ਵਕਤ। ਮੈਂ ਇਹਨਾਂ ਚੀਜ਼ਾਂ ਨੂੰ ਮਾਡਰਨ ਲਿਟਰੇਚਰ 'ਚ ਜਾ ਕੇ ਲਰਨ ਕੀਤਾ। ਜਦੋਂ ਅਸੀਂ ਬੱਚੇ ਨਾਲ ਗੱਲ ਕਰਦੇ ਹਾਂ ਨਾ, ਖਾਸ ਕਰਕੇ ਬੱਚੇ ਜਦੋਂ 9, 10, 11 ਤੋਂ ਵੱਡੇ ਹੋਣੇ ਸ਼ੁਰੂ ਲੱਗਦੇ ਨੇ, ਤੇ ਉਹ ਆਰਗੂਮੈਂਟ ਕਰਦੇ ਨੇ ਹਰ ਗੱਲ ਦੇ ਉੱਤੇ। ਵਾਏ ਦੱਸੋ ਮੈਨੂੰ ਕਿਉਂ ਨਹੀਂ ਕਰਨਾ? ਉਹ ਜਦੋਂ 2 ਤੋਂ 3 ਵਾਰੀ ਪੁੱਛ ਲਏ ਵੀ ਕਿਉਂ ਨਹੀਂ ਕਰਨਾ, ਤੇ ਚੌਥੀ ਵਾਰ ਨੂੰ ਬੰਦੇ ਦਾ ਦਿਮਾਗ ਜਿਹੜਾ ਹੈਗਾ ਉਹ ਸਿਰ ਤੇ ਗੁੱਸਾ ਚੜ ਜਾਂਦਾ। ਉੱਥੇ ਕੀ ਹੁੰਦਾ ਹੈ ਕਿ ਉੱਥੇ ਕਹਿੰਦਾ ਵੀ ਇਹਦਾ ਜਵਾਬ ਇੱਕ ਹੀ ਹੈ, ਵੀ ਬਸ ਥੱਪੜ ਮਾਰੋ, ਲਾ ਦਿਓ ਦੋ। ਇੱਥੇ ਉਹ ਕਹਿੰਦੇ ਹਕੀਕਤ ਦੇ ਵਿੱਚ ਬੱਚਾ ਜਿੱਤ ਜਾਂਦਾ, ਤੁਸੀਂ ਹਾਰ ਜਾਂਦੇ ਹੋ, ਕਿਉਂਕਿ ਤੁਹਾਡੇ ਕੋਲ ਹੁਣ ਇੰਨੀ ਐਨਫ ਐਨਰਜੀ ਨਹੀਂ ਰਹੇਗੀ ਕਿ ਤੁਸੀਂ ਉਹਦਾ ਮੁਕਾਬਲਾ ਕਰ ਸਕੋ। ਇਹਦੇ ਲਈ ਸਿੰਪਲ ਤਰੀਕਾ ਇਹ ਹੈ, ਉਹਨੂੰ ਕਹੋ ਕਿ ਭਾਈ ਤੇਰੀ ਗੱਲ ਜਿਹੜੀ ਹੈ ਵਜ੍ਹਾ ਹੋਏਗੀ, ਠੀਕ ਹੋਏਗੀ, ਕਿਸੇ ਤਰੀਕੇ ਦੀ ਬਾਤ ਹੋਏ। ਜਿਵੇਂ ਮੈਂ ਸਰਲ ਭਾਵ ਵਿੱਚ ਬਾਤ ਕਹਿਣਾ, ਬੱਚਾ ਕਹਿੰਦਾ ਹੈ ਕਿ ਮੈਂ ਕਿਸੇ ਗਲਤ ਸੰਗਤ 'ਤੇ ਜਾਣਾ, ਮੇਰੇ ਦੋਸਤ ਜਾ ਰਹੇ ਨੇ ਮੈਂ ਵੀ ਜਾਵਾਂਗਾ, ਤੁਸੀਂ ਕਹਿੰਦੇ ਨਹੀਂ ਜਾਣਾ। ਉਹ ਕਹਿੰਦਾ ਮੈਨੂੰ ਦੱਸੋ ਕਿਉਂ ਨਹੀਂ ਜਾਣਾ? ਤੁਸੀਂ ਕਹੋਗੇ ਕਿ ਉਹ ਮਾੜੇ ਨੇ, ਉਹ ਫਲਾਣੇ ਨੇ। ਨਹੀਂ, ਮਾੜੇ ਕਿਉਂ ਨੇ? ਉਹ ਤੇ ਪੜ੍ਹਦੇ ਨੇ, ਉਹ ਤੇ ਆ ਕਰਦੇ ਨੇ, ਇਸ ਰੂਪ ਵਿੱਚ ਬਾਤ ਲੰਮੀ ਹੋ ਜਾਏਗੀ। ਫਿਰ ਕਹੇਗਾ, ਤੁਸੀਂ ਕਹੋਗੇ ਨਹੀਂ ਮੈਂ ਨਹੀਂ ਜਾਣ ਦੇਣਾ, ਪੜ੍ਹਦੇ ਹੋਣਗੇ ਪਰ ਉਹ ਬੱਚੇ ਜਿਹੜੇ ਹੈਗੇ ਨੇ ਉਹਨਾਂ ਬਾਰੇ ਮੈਨੂੰ ਵਿਸ਼ਵਾਸ ਨਹੀਂ, ਮੈਂ ਜਾਣਦਾ ਨਹੀਂ। ਲਓ ਤੁਸੀਂ ਸਾਰੀ ਦੁਨੀਆ ਨੂੰ ਜਾਣੋਗੇ, ਮੈਨੂੰ ਤੁਸੀਂ ਇਸ ਤਰ੍ਹਾਂ ਕਿਉਂ ਨਹੀਂ ਭੇਜਦੇ? ਇਸ ਕਿਸਮ ਨਾਲ ਬਾਤ ਹੋਏਗੀ। ਅਖੀਰ ਗੱਲ ਕਰਦਿਆਂ ਕਰਦਿਆਂ ਕਿੱਥੋਂ ਤੱਕ ਲੈ ਕੇ ਜਾਓਗੇ? ਸਾਨੂੰ ਜਿਵੇਂ ਉਹ ਜਿਸ ਰੂਪ ਵਿੱਚ ਕਹਿੰਦੇ ਕਿ ਪੇਰੈਂਟਸ ਨੂੰ ਟ੍ਰੇਨਡ ਕਰੋ, ਸਾਰੀ ਬਾਤ ਕਰੋ, ਉੱਥੇ ਇੱਕ ਲੈਵਲ 'ਤੇ ਬਾਤ ਆਏਗੀ ਕਿ ਉਹਨੂੰ ਕਹੇ ਕਿ ਬੱਚੇ ਗੱਲ ਇਹ ਹੈ ਕਿ ਆਪਣੀ ਗੱਲ ਡਿਸਕਸ਼ਨ ਕਿਤੇ ਨਹੀਂ ਜਾਣੀ। ਮੈਨੂੰ ਪਤਾ ਤੂੰ ਹਰਟ ਹੋ ਰਿਹਾ, ਤੂੰ ਜਾਣਾ ਚਾਹੁੰਦਾ, ਤੇਰਾ ਮਨ ਚਾਹੁੰਦਾ ਜਾਣਾ, ਤੇ ਮੈਂ ਤੈਨੂੰ ਜਾਣ ਨਹੀਂ ਦੇ ਰਿਹਾ। ਇਹਦੇ ਵਾਸਤੇ ਬੇਟਾ ਜੇ ਤੂੰ ਬੁਰਾ ਭਲਾ ਜੋ ਕਹਿਣਾ ਹੈ ਨਾ ਆਪਣੇ ਮਨ ਵਿੱਚ ਜਾਂ ਬਾਹਰ, ਮੈਨੂੰ ਕਹਿ ਲੈ, ਮੈਂ ਸਹਿ ਲਾਂਗਾ, ਕੋਈ ਗੱਲ ਨਹੀਂ, ਪਰ ਘੱਟ ਤੋਂ ਘੱਟ ਮੈਂ ਤੇਰੀ ਜ਼ਿੰਦਗੀ ਖਰਾਬ ਹੁੰਦੀ ਨਹੀਂ ਵੇਖ ਸਕਦਾ। ਇਸ ਕਰਕੇ ਮੇਰੇ ਘਰ ਦਾ ਅਸੂਲ ਹੈ ਤੂੰ ਨਹੀਂ ਜਾ ਸਕਦਾ। ਇਸ ਤੋਂ ਬਾਅਦ ਬੇਟਾ ਆਪਾਂ ਗੱਲ ਬਾਅਦ ਵਿੱਚ ਕਰਾਂਗੇ। ਹੁਣ ਤੁਸੀਂ ਇੰਨੇ ਸਹਿਜ ਸੁਭਾਅ ਸ਼ਾਂਤ ਚਿੱਤ ਨਾਲ ਬਾਤ ਕਰੋ। ਕਹਿੰਦੇ ਬੱਚਾ ਨਾ ਮੰਨੇ ਐਸਾ ਹੋ ਨਹੀਂ ਸਕਦਾ। 95% ਸਟੱਡੀਜ਼ ਇਹ ਦੱਸਦੀਆਂ ਨੇ। ਉਹ ਫਰਸਟ੍ਰੇਸ਼ਨ ਤੇ ਹੋਏਗੀ, ਬੜਾ ਕੁਝ ਹੋਏਗਾ, ਉਹ ਗੁੱਸਾ ਗਿਲਾ ਵੀ ਕਰੇਗਾ, ਪਰ ਉਹ ਤੁਹਾਡੀ ਗੱਲ ਮੰਨ ਲਏਗਾ। ਇੱਥੇ ਹੋਇਆ ਕਿ ਤੁਸੀਂ ਆਪਣੇ ਗੁੱਸੇ ਨੂੰ ਜਿੱਤ ਲਿਆ, ਹੰਕਾਰ ਨੂੰ ਜਿੱਤ ਲਿਆ।
ਜਿੱਥੇ ਆ ਗਿਆ ਨਾ ਵੀ ਮੈਂ ਕਿਹਾ ਤੇ ਇਹ ਆਖੇ ਨਹੀਂ ਲੱਗਾ ਮੇਰੇ, ਮੈਂ ਇਹਨੂੰ ਬੰਦਾ ਨਾ ਬਣਾ ਦਿਆਂ। ਇਹ ਰੂਪ ਜਿਹੜੀ ਹੈ ਇਹ ਸੂਰਮੇ ਦਾ ਰੂਪ ਨਹੀਂਗਾ, ਇਹ ਕਾਵੜ ਹੈ, ਇਹ ਡਰਪੋਕ ਹੈ ਅਸਲ ਦੇ ਵਿੱਚ। ਡਰੇ ਹੋਏ ਲੋਕ ਜਿਹੜੇ ਨੇ ਫਿਰ ਇਸ ਕਿਸਮ ਦਾ ਵਿਹਾਰ ਕਰਦੇ ਨੇ। ਜਾਨਵਰ ਹੈ, ਜਾਨਵਰ ਨੂੰ ਡਰਾਓ, ਜਾਨਵਰ ਮਾਰਨ ਪੈਂਦਾ ਤੁਹਾਨੂੰ ਅੱਗੋਂ। ਸਾਹਿਬ ਨੇ ਕਿਹਾ ਜਾਂ ਕੋ ਹਰ ਰੰਗ, ਜਿਹੜਾ ਹਰੀ ਦੇ ਰੰਗ 'ਚ ਰੰਗਿਆ ਗਿਆ। ਰੱਬ ਜੀ ਤਾਂ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਕਰਨਾ ਬੜੀ ਵੱਡੀ ਗੱਲ ਹੁੰਦੀ ਹੈ। ਮੈਂ ਤਾਂ ਕਈ ਵਾਰੀ ਪੇਰੈਂਟਸ ਨੂੰ ਕਹਿੰਦਾ ਇਹਨਾਂ ਮੁਲਕਾਂ ਦੇ ਵਿੱਚ ਪੈਨਿਕ ਕਰ ਜਾਂਦੇ ਨੇ, ਡਰ ਜਾਂਦੇ ਨੇ, ਬੱਚੇ ਗਲਤੀਆਂ ਕਰਦੇ ਨੇ। ਇਹ ਪੋਸੀਬਿਲਿਟੀ ਹੈ, ਇਹਦੇ 'ਚ ਕੋਈ ਦੇਖੋ ਕੱਲ ਨਾਮ ਕਾਲ ਦਾ ਹੈ। ਮਾਲਕ ਮੈਂ ਫਿਰ ਬੇਨਤੀ ਕਰਦਾ ਇਹੋ ਜਿਹਾ ਇਮਤਿਹਾਨ ਨਾ ਲੈ ਕਿਸੇ ਦਾ। ਸਾਡੇ ਇੱਥੇ ਅੰਕਲ ਜੀ ਨੇ ਤੇ ਉਹਨਾਂ ਨੇ ਬਾਤ ਦੱਸੀ, ਕੁਝ ਪੁਰਾਣੀ ਬਾਤ ਹੈ। ਬੱਚੀ ਹੋਣੀ ਹੈ 16-17 ਵਰੇ ਤੇ ਉਮਰ ਵਿੱਚ ਘਰੋਂ ਦੌੜ ਗਈ। ਦੇਖੋ ਸਾਡੀ ਸਮਾਜ ਦੀ ਸੋਚ ਹੋਰ ਰੂਪ ਦੇ ਵਿੱਚ ਆ। ਇੱਥੇ ਆਨਰ ਕਿਲਿੰਗ ਦਾ ਵੀ ਅਸੀਂ ਕਈ ਵਾਰੀ ਜ਼ਿਕਰ ਕਰਦੇ ਹਾਂ, ਸਭ ਇਸ ਰੂਪ ਵਿੱਚ ਬਾਤਾਂ ਹੁੰਦੀਆਂ ਨੇ। ਹੁਣ ਇਹ ਬਾਤ ਹੋਈ ਤੇ ਪਰਿਵਾਰਕ ਮਾਹੌਲ ਚੰਗਾ ਨਹੀਂ ਸੀ ਘਰ ਦੇ ਵਿੱਚ, ਲੜਾਈ ਝਗੜਾ ਸੀਗਾ। ਬੱਚੀ ਉਧਲ ਗਈ, ਦੌੜ ਗਈ। ਹੁਣ ਹੋਇਆ ਇਹ ਕਿ ਬੜਾ ਮਲਾਲ ਆਇਆ। ਇੱਥੇ ਸਾਡੇ ਰਿਟਾਇਰਡ ਟੀਚਰ ਸੀਗੇ, 60ਵੇਂ 'ਚ ਇੱਥੇ ਟੀਚਰ ਦੇ ਤੌਰ 'ਤੇ ਆਏ ਸੀਗੇ, ਪ੍ਰੋਫੈਸਰ ਰਹੇ ਮੁੜ ਕੇ ਯੂਨੀਵਰਸਿਟੀ 'ਚ। ਹੁਣ ਉਹ ਵੀ ਫੌਤ ਹੋ ਗਏ ਨੇ। ਬਹੁਤ ਦਾਨਿਸ਼ਮੰਦ ਬੰਦੇ ਸੀਗੇ। ਜਦੋਂ ਮੈਂ ਇੱਥੇ ਪਹਿਲੀ ਵਾਰੀ ਆਇਆ ਮੁਲਾਕਾਤ ਹੋਈ ਲਗਾਤਾਰ, ਫਿਰ ਸਤਸੰਗਤ 'ਚ ਆਉਂਦੇ ਹੁੰਦੇ ਸੀ। ਕਿਤੇ ਉਹਨਾਂ ਕੋਲ ਚਲੇ ਗਏ ਤਾਂ ਉਹਨਾਂ ਨੂੰ ਆਪਣਾ ਦੁੱਖ ਸੁਣਾਉਣ ਵਾਸਤੇ, ਵੇਦਨ ਵੀ ਆਹ ਚੀਜ਼ ਹੋ ਗਈ, ਬੰਦਾ ਕਿਹਦੇ ਨਾਲ ਗੱਲ ਕਰੇ। ਉਹਨਾਂ ਕਿਹਾ ਕੋਈ ਗੱਲ ਨਹੀਂ ਹੈ, ਬੱਚੇ ਨੇ ਛੋਟੀਆਂ ਮੋਟੀਆਂ ਗਲਤੀਆਂ ਕਰਦੇ ਨੇ, ਉਹ ਕਿਤੇ ਦੇਰ ਸਵੇਰ ਹੋ ਗਈ ਹੋਣੀ ਹੈ ਤੇ ਉਸ ਤਰੀਕੇ ਨਾਲ ਡਰਦਾ ਬੱਚਾ ਘਰ ਨਹੀਂ ਫਿਰ ਵੜਦਾ, ਕਿਉਂਕਿ ਘਰਾਂ ਦੇ ਮਾਹੌਲ ਦਾ ਪਤਾ ਹੈਗਾ। ਪਤਾ ਕਰੋ ਬੱਚਾ ਹੈ ਕਿੱਥੇ ਹੈ, ਉਹਨੂੰ ਉਹਦੀ ਕੋਈ ਸਿਕਿਉਰਿਟੀ ਨੂੰ ਖਤਰਾ ਤੇ ਨਹੀਂ, ਕੁਝ ਨਹੀਂ ਗਾ ਇਹਦੇ ਬਾਰੇ। ਜਾਓ ਤੇ ਉਹਨੂੰ ਸੁਨੇਹਾ ਪਹੁੰਚਾਓ, ਉਹਨੂੰ ਕਹੋ ਕਿ ਬੱਚੇ ਕੋਈ ਐਸੀ ਬਾਤ ਨਹੀਂ ਹੈ, ਤੇਰੇ ਤੋਂ ਕੋਈ ਮਿਸਟੇਕ ਵੀ ਹੋ ਗਈ, ਗਲਤੀ ਵੀ ਹੋ ਗਈ ਤੇ ਕੋਈ ਗੱਲ ਨਹੀਂ, ਘਰ ਦਾ ਦਰਵਾਜ਼ਾ ਖੁੱਲ੍ਹਾ ਤੇਰੇ ਵਾਸਤੇ, ਤੂੰ ਕਿਸੇ ਸਮੇਂ ਫੋਨ ਕਰ ਲਈ, ਜੋ ਤੈਨੂੰ ਹੈਲਪ ਚਾਹੀਦੀ ਤੁਸੀਂ ਹੈਲਪ ਦਵਾਵਾਂਗੇ। ਬੇਟਾ ਅਸੀਂ ਤੇਰੇ ਮਾਂ-ਬਾਪ ਹਾਂ, ਤੇਰਾ ਬੁਰਾ ਥੋੜ੍ਹਾ ਚਾਹਾਂਗੇ। ਇਹ ਸੁਨੇਹਾ ਪਹੁੰਚਾਓ। ਜੇ ਕਿਤੇ ਉਹ ਦਰਵਾਜ਼ੇ ਤੇ ਆ ਜਾਏ, ਉਹਦਾ ਫੋਨ ਆ ਜਾਏ, ਬੜੇ ਪਿਆਰ ਨਾਲ ਗੱਲ ਕਰਿਆ ਜੇ, ਉਹਨੂੰ ਮੋੜਵੀਂ ਜ਼ਬਾਨ ਵਿੱਚ ਇਹ ਵੀ ਨਾ ਪੁੱਛਿਆ ਜੇ ਵੀ ਕਿੱਥੇ ਗਈ ਸੈਂ। ਉਹਨੂੰ ਕਿਹਾ ਜੇ ਬੇਟਾ ਤੂੰ ਠੀਕ ਹੈ, ਤੈਨੂੰ ਕੋਈ ਤੇਰੀ ਜਾਨ ਨੂੰ ਖਤਰਾ ਤੇ ਨਹੀਂ, ਤੈਨੂੰ ਕੋਈ ਮੁਸ਼ਕਲ ਤੇ ਨਹੀਂ। ਜੇ ਤੈਨੂੰ ਕੋਈ ਇਹੋ ਜਿਹੀ ਮੁਸ਼ਕਲ ਹੈ ਸਾਨੂੰ ਦੱਸ, ਅਸੀਂ ਹੈਲਪ ਕਰਾਂਗੇ। ਜੇ ਤੂੰ ਨਹੀਂ ਦੱਸਣਾ ਚਾਹੁੰਦੀ ਵੀ ਤੇਰੀ ਮਰਜ਼ੀ ਹੈ, ਇਹ ਦੱਸ ਤੂੰ ਖਾਣਾ ਕੀ ਹੈ, ਤੂੰ ਪਾਉਣਾ ਕੀ ਹੈ। ਇਸ ਰੂਪ ਵਿੱਚ ਬਾਤ ਕਰਿਆ ਜੇ, ਪਿਆਰ ਕਰਿਆ ਜੇ। ਕਹਿੰਦੇ ਬੜਾ ਔਖਾ ਹੋਏ ਹੋਇਆ, ਕੀ ਗੱਲ ਕਹਿ ਰਹੇ ਹੋ, ਇੱਕ ਤੇ ਏਡੀ ਵੱਡੀ ਗਲਤੀ ਕਰਤੀ। ਕਹਿੰਦਾ ਕੁਛ ਨਹੀਂ, ਸਮਾਂ ਹੁੰਦਾ ਹੈ ਜਦੋਂ ਦਰਿਆ ਚੜਿਆ ਹੋਏ ਨਾ, ਜਿੱਡਾ ਮਰਜੀ ਸਿਆਣਾ ਮਲਾਹ ਹੋਏ, ਬੇੜੇ ਡੁੱਬ ਜਾਂਦੇ ਨੇ। ਬੇੜੇ ਉਦੋਂ ਹੀ ਪਾਰ ਲੱਗਦੇ ਨੇ ਜਦੋਂ ਦਰਿਆ ਸ਼ਾਂਤ ਚਿੱਤ 'ਚ ਹੁੰਦਾ ਹੈਗਾ। ਵਕਤ ਇਹ ਨਹੀਂ ਰਹਿਣਾ, ਆਖਰਕਾਰ ਇਹ ਬੱਚਾ ਪਰਤੇਗਾ, ਕਦੀ ਸਮਝੇਗਾ। ਤੁਹਾਡੇ ਕੋਲ ਵਕਤ ਹੋਏਗਾ ਸਭ ਕਾਸੇ ਨੂੰ ਦੱਸਣ ਦਾ, ਸਮਝਾਉਣ ਦਾ, ਕਰਨ ਦਾ, ਉਸ ਰੂਪ ਦੇ ਵਿੱਚ। ਖੈਰ ਉਹ ਜਦੋਂ ਨੇ ਮੈਸੇਜ ਪਹੁੰਚਾਇਆ ਤਾਂ ਬੱਚਾ ਤਾਂ ਰੈਡੀ ਸੀ ਆਲਰੇਡੀ। ਉਹਨੇ ਉਸੇ ਵਕਤ ਘਰ ਕਾਲ ਕਰ ਦਿੱਤੀ। ਕਾਲ ਕਰਕੇ ਉਹਨੇ ਪੁੱਛਿਆ, ਡੈਡ ਆਰਨਟ ਯੂ ਮੈਡ ਐਟ ਮੀ? ਕਹਿੰਦਾ ਬੇਟਾ ਵਾਟ ਆਰ ਯੂ ਸੇਇੰਗ? ਯੂ ਆਰ ਮਾਈ ਡਾਟਰ, ਆਈ ਲਵ ਯੂ ਬੇਟਾ, ਵਾਈ ਵੁੱਡ ਆਈ ਮੈਡ ਐਟ ਯੂ? ਵੇਅਰ ਆਰ ਯੂ? ਆਈ ਕੈਨ ਹੈਲਪ ਯੂ, ਬਟ ਵਟ ਐਵਰ ਸਿਚੁਏਸ਼ਨ ਆਈ ਵਿਲ ਐਕਚੁਅਲੀ ਫੇਸ ਵਿਦ ਯੂ। ਉਹਨੇ ਦੱਸਿਆ ਮੈਂ ਫਲਾਂ ਜਗ੍ਹਾ ਤੇ ਹਾਂ। ਉਹ ਲੈ ਆ, ਕਰ ਲਿਆਇਆ। ਆਉਂਦਿਆਂ ਨਾਲ ਬੱਚਾ ਫਿਰ ਵੀ ਡਰਿਆ ਸੀਗਾ। ਉਹਨੂੰ ਪੁੱਛਿਆ ਬੇਟਾ ਕੀ ਖਾਏਗਾ? ਰੋਈ ਜਾ। ਕਹਿੰਦਾ ਰੋਣ ਦੀ ਲੋੜ ਨਹੀਂ ਬੇਟਾ, ਕੋਈ ਐਸੀ ਗੱਲ ਨਹੀਂ, ਆਪਾਂ ਗੱਲ ਕਰਾਂਗੇ ਆਰਾਮ ਨਾਲ, ਤੂੰ ਖਾਣਾ ਖਾ, ਆਰਾਮ ਕਰ। ਇਸ ਰੂਪ ਦੇ 'ਚ ਖਾਣਾ ਖਾਧਾ, ਆਰਾਮ ਕੀਤਾ, ਸਭ ਉਸ ਤਰੀਕੇ ਨਾਲ। 2-3 ਦਿਨ ਬਤੀਤ ਹੋਏ। 2-3 ਦਿਨ ਬਾਅਦ ਕਿਹਾ ਬੇਟਾ ਦੇਖ, ਅਸਾਂ ਕਿਹੜਾ ਸਦਾ ਰਹਿਣਾ ਇੱਥੇ ਤੁਹਾਡੇ ਨਾਲ, ਤੁਸਾਂ ਵੀ ਆਜ਼ਾਦ ਹੋ ਜਾਣਾ। ਬੇਟਾ ਇੰਨੀ ਕਾਹਲੀ ਕਾਹਦੀ ਹੈ, ਪੜ੍ਹਾਈ ਕਿਉਂ ਨਹੀਂ ਕਰ ਲੈਂਦੇ? ਮੈਂ ਖਰਚਾ ਦੇ ਰਿਹਾ, ਤੁਸੀਂ ਪੜ੍ਹੋ। ਮੈਨੂੰ ਤੁਹਾਡੇ ਤੋਂ, ਤੁਸੀਂ ਯੂ ਆਰ ਨੋਟ ਓਬਲਾਈਜ਼ਡ ਟੂ ਡੂ ਐਨੀਥਿੰਗ ਅਕੋਰਡਿੰਗ ਟੂ ਮੀ, you can make your decision by yourself, but beta first make your career, I would like to help you in that। ਜਦੋਂ ਇਹ ਬਾਤ ਕਹੀ ਬੱਚੇ ਨੂੰ ਸਮਝ ਆ ਗਈ। ਆਪ ਹੈਰਾਨ ਹੋ ਗਏ, ਬੱਚੀ ਡਾਕਟਰ ਬਣੀ। ਅੱਜ ਉਸ ਬੱਚੀ ਨਾਲ ਮੇਰਾ ਬੜਾ ਡਾਢਾ ਪਿਆਰ ਹੈ ਇੱਥੇ। ਉਹ ਆਪ ਕਨਫੈਸ਼ਨ ਕਰਦੀ ਸਾਡੇ ਕੈਂਪਸ ਵਿੱਚ ਆ ਕੇ, ਦੱਸਦੀ ਏ ਨੌਜਵਾਨ ਬੱਚੇ, ਬੱਚੀਆਂ ਨੂੰ, 12-12, 14, 15 ਸਾਲਾਂ ਦੇ ਬੱਚਿਆਂ ਨੂੰ। ਇਹ ਰੂਪਤਾ ਹੈ।
ਹਕੀਕਤ ਇਹ ਹੈ, ਜਾਂ ਕੋ ਹਰ ਰੰਗ ਰੱਬ ਦਾ ਭੈ ਪਾਵ ਆ ਜੇ, ਭਰੋਸਾ ਰੱਖੋ ਉਹਦੇ ਤੇ। ਕਰਨ ਕਰਾਉਣ ਵਾਲਾ ਤੇ ਉਹੀ ਹੈ ਨਾ, ਅਸੀਂ ਤੇ ਕੁਝ ਵੀ ਨਹੀਂ ਹੈਗੇ, ਦੇਣ ਵਾਲਾ ਦਾਤਾ ਤੇ ਉਹੀ ਹੈ। ਜਿਹਨੂੰ ਇਹ ਸਮਝ ਆ ਜੇ ਉਹ ਸੂਰਮਾ ਹੋ ਜਾਂਦਾ ਹੈ। ਤੇ ਸੂਰਮਿਆਂ ਦਾ ਕੰਮ ਹੈ ਮੁਸ਼ਕਲਾਂ ਨੂੰ ਫੇਸ ਕਰਨਾ। ਜਿਹੜੇ ਡਰਪੋਕ ਹੁੰਦੇ ਨੇ ਉਹ ਮੁਸ਼ਕਲਾਂ ਤੋਂ ਭੱਜ ਜਾਂਦੇ ਨੇ, ਉਹ ਡਰ ਕੇ ਭੱਜ ਜਾਂਦੇ ਨੇ ਵੀ ਉਹ ਮੁਸ਼ਕਲ ਤੇ ਖਾ ਜਾਏਗੀ ਸਾਨੂੰ, ਸੁਸਾਇਟੀ ਤੋਂ ਭੱਜ ਜਾਂਦੇ ਨੇ, ਸੁਸਾਈਡ ਕਰ ਲੈਂਦੇ ਨੇ। ਮਾਰਨ ਤੇ ਉਸ ਰੂਪ ਦੇ, ਜੇ ਇਹ ਚੀਜ਼ਾਂ ਨਹੀਂ ਗਈਆਂ। ਇਹਨੂੰ ਸਾਹਿਬ ਨੇ ਕਿਹਾ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ, ਆਤਮ ਜਿਣੈ ਸਗਲ ਵਸਤਾਂਕ ਹੈ ਜਾਂ ਕਾ ਸਤਿਗੁਰ ਪੂਰਾ। ਜਿਹਦਾ ਗੁਰੂ ਪੂਰਾ ਹੋਏ ਨਾ, ਜਿਹਦਾ ਪੂਰਾ ਗੁਰੂ ਬਾਂਹ ਫੜ ਲੇ, ਉਹਨੂੰ ਫਿਰ ਘਬਰਾਉਣ ਦੀ ਲੋੜ ਨਹੀਂ, ਉਹ ਤੇ ਆਤਮ ਬਸ ਹੋ ਜਾਂਦਾ। ਭਾਵ ਬੰਦੇ ਆਮ ਕਰਕੇ ਕਹਿੰਦੇ ਨੇ ਵੀ ਮੇਰੀ ਬੇਬਸੀ ਆ, ਵੀ ਮੇਰੇ ਤੋਂ ਆਪਣੇ ਆਪ ਤੇ ਕੰਟਰੋਲ ਨਹੀਂ ਹੁੰਦਾ। ਜਦੋਂ ਗੁਰੂ ਸਾਹਿਬ ਕਹਿੰਦੇ ਗੁਰੂ ਪੂਰਾ ਹੋਏ ਨਾ, ਤੇ ਗੁਰੂ ਤੇ ਭਰੋਸਾ ਹੋਏ, ਫਿਰ ਬੰਦਾ ਬੇਵਸੀ 'ਚ ਨਹੀਂ ਰਹਿੰਦਾ, ਆਪਣੇ ਸਭ ਪੂਰੀ ਤਰ੍ਹਾਂ ਵਸੀਕਰਨ ਹੁੰਦਾ ਉਹਦੇ 'ਚ। ਉਹ ਫਿਰ ਆਪਣੇ ਆਪ ਵਿੱਚ ਪੂਰੀ ਤਰ੍ਹਾਂ ਜਿਹੜਾ ਹੈ ਆਪਣੇ ਗ੍ਰਿਪ ਨੂੰ ਕੰਟਰੋਲ ਵਿੱਚ ਰੱਖਦਾ ਹੈਗਾ। ਜਨ ਕੇ ਚਰਨ ਵਸੈ ਮੇਰੇ ਹੀਰੈ ਸੰਗ ਪੁਨੀਤਾ ਦੇਹੀ। ਇਹੋ ਜਿਹੇ ਲੋਕ ਜਿਹੜੇ ਇਹਨਾਂ ਉਪਦੇਸ਼ਾਂ ਦੇ ਧਾਰਨੀ ਨੇ, ਗੁਰੂ ਅਰਜਨ ਸਾਹਿਬ ਕਹਿੰਦੇ ਉਹ ਜਨ ਨੇ। ਜਨ ਲਫ਼ਜ਼ ਬੜਾ ਭਾਵਪੂਰਤ ਹੈ। ਜਨ ਦਾ ਮਤਲਬ ਹੈ ਉਹਨਾਂ ਨੇ ਆਪਣੇ ਆਪ ਨੂੰ ਜਾਣ ਲਿਆ, ਚੀਣ ਲਿਆ, ਪਹਿਚਾਨ ਲਿਆ। ਬੰਦਾ ਆਪਣੀਆਂ ਕਮਜ਼ੋਰੀਆਂ ਵੀ ਜਾਣਦਾ ਹੈ, ਬੰਦਾ ਆਪਣੀ ਸਟਰੈਂਥ ਵੀ ਜਾਣਦਾ ਹੈ। ਇਹ ਜੇ ਪੂਰੀ ਜਾਣਕਾਰੀ ਹੋ ਜਾਏ ਇਸ ਰੂਪ ਦੇ ਵਿੱਚ, ਵੀਕਨੈਸਿਸ ਆਪਣੀਆਂ ਜਿਹੜੀਆਂ ਨੇ ਉਹਨਾਂ ਤੇ ਕੰਮ ਕਰੇ, ਉਹਨਾਂ ਨੂੰ ਜਿਹੜਾ ਕਾਬੂ 'ਚ ਕਰੇ, ਜਿਹੜੀ ਸਟਰੈਂਥ ਹੈ ਆਪਣੀ ਉਹਨੂੰ ਵਧਾਏ। ਇਹ ਰੂਪ ਹੀ ਜਿਹੜਾ ਹੈ ਸਾਡਾ ਆਪਣਾ ਆਪਾ ਸਵਾਰਨਾ ਹੈਗਾ। ਜਨ ਉਹ ਨੇ ਜਿਹੜੇ ਕੰਮ ਕਰ ਲੈਂਦੇ ਨੇ। ਸਾਹਿਬ ਕਹਿੰਦੇ ਇਹੋ ਜਿਹੇ ਜਨ ਦੇ, ਜਨ ਕੇ ਚਰਨ ਵਸੈ ਮੇਰੇ ਹੀਰ ਹੈ, ਉਹਨਾਂ ਤੇ ਮੈਂ ਆਪ ਪੈਰ ਆਪਣੇ ਹਿਰਦੇ 'ਚ ਵਸਾਉਣਾ ਚਾਹੁੰਦਾ। ਭਾਵ ਮੈਂ ਸਤਿਕਾਰ ਦੇਣਾ ਉਹਨਾਂ ਨੂੰ, ਮੈਂ ਉਹਨਾਂ ਦਾ ਇਹਤਰਾਮ ਕਰਦਾ। ਜਿਨ ਅਸੀਂ ਬਚਨ ਪੜ੍ਹਦੇ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ, ਧੂਰ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਨਾਨਕ ਤੇ ਆਪ ਅਰਦਾਸ ਕਰ ਰਿਹਾ, ਮੈਨੂੰ ਉਹੋ ਜਿਹਾਂ ਦੇ ਚਰਨਾਂ ਦੀ ਧੂੜ ਮਿਲੇ। ਇੱਥੇ ਕਿਹਾ ਜਨ ਕੇ ਚਰਨ ਵਸੈ ਮੇਰੇ ਹੀਰ ਹੈ ਸੰਗ ਪੁਨੀਤਾ ਦੇਹੀ, ਉਹਨਾਂ ਦੇ ਨਾਲ ਜੁੜਿਆ ਦੇਹੀ ਪੁਨੀਤ ਹੋ ਜਾਂਦੀ ਹੈ, ਪਾਕ ਪਵਿੱਤਰ ਹੋ ਜਾਂਦੀ ਹੈ। ਜਨ ਕੀ ਧੂਰ ਦੇਹ ਕਿਰਪਾ ਨਿਤ ਨਾਨਕ ਕੈ ਸੁਖ। ਇਹੀ ਲੋਕਾਂ ਦੇ ਹੋਰ ਸੁਖ ਹੋਣਗੇ। ਗੁਰੂ ਅਰਜਨ ਸਾਹਿਬ ਕਹਿੰਦੇ ਇਸ ਨਾਨਕ ਦਾ ਸੁਖ ਇਹ ਹੈ। ਨਾਨਕ ਦੇ ਸੁਖ ਦਾ ਖਜ਼ਾਨਾ ਕੀ ਹੈ? ਜਨ ਕੀ ਧੂਰ ਦੇਹੋ ਕਿਰਪਾ ਨਿਤ, ਇਹੋ ਜਿਹੇ ਜਨਾਂ ਦੇ ਚਰਨਾਂ ਦੀ ਧੂੜ ਮਿਲੇ। ਕਹਿਣ ਲੱਗੇ ਨਾਨਕ ਕੈ ਸੁਖ, ਇਹੀ ਇਸ ਨਾਨਕ ਲਈ ਮਹਾ ਸੁਖ ਹੈ। ਸਭ ਰਹਿਮਤ ਕਰਨ ਐਸੇ ਆਲਮੀ ਅਲਾਹੀ ਅਗੰਮੀ ਵਾਕ ਸਾਨੂੰ ਉਪਦੇਸ਼ ਸੰਦੇਸ਼ ਦੇ ਰੂਪ ਵਿੱਚ ਪ੍ਰਾਪਤ ਹੁੰਦੇ ਨੇ। ਇਹਨਾਂ ਦਾ ਪ੍ਰਭਾਵ ਸਾਡੇ ਮਨ ਮੰਡਲ ਦੇ ਵਿੱਚ ਪੈ ਜਾਏ, ਅਸੀਂ ਵਾਕਿਆ 'ਚ ਹੀ ਨਾਮ ਤਰੀਕ ਨਾ ਰਹਿ ਕੇ ਗੁਰੂ ਕੇ ਵਾਕਿਆ 'ਚ ਸਿੱਖ ਤੇ ਉਪਦੇਸ਼ ਗ੍ਰਹਿਣ ਕਰਨ ਵਾਲੇ ਹੋ ਜਾਈਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਤਾਰਿਓ ਜੀ। ਸਭ ਪ੍ਰੇਮ ਕਹਿ ਦੇਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।